ਡਾਕਟਰ ਗਿੱਲ, ਸਤਿ ਸ੍ਰੀ ਅਕਾਲ ਐਂਡ ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਵਿਜੇ। ਸੋ ਚਾਹ ਪੀ ਕੇ ਆਏ ਸਵੇਰੇ ਅੱਜ? ਬਿਲਕੁਲ। ਅੱਖਾਂ ਨਹੀਂ ਖੁੱਲਦੀਆਂ ਚਾਹ ਕੌਫੀ ਪੀਤੇ ਬਿਨਾਂ ਨਾ। ਅੱਛਾ, ਇਹ ਗੱਲ ਸਹੀ ਹੈ ਜੀ ਵੈਸੇ, ਕਿਉਂਕਿ ਚਲੋ ਸੁਣਨ ਵਾਲਿਆਂ ਨੂੰ ਦੱਸ ਦਈਏ ਵੀ ਜਿਹੜਾ ਅੱਜ ਦਾ ਸਾਡਾ ਟੌਪਿਕ ਆ, ਹਾਂਜੀ। ਜਿਹੜੀਆਂ ਕਾਮਨ ਬੈਵਰੇਜਿਸ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ, ਕਿ ਆਮ ਤੌਰ 'ਤੇ ਚਾਹ, ਕੌਫੀ, ਜੂਸ, ਪੌਪ, ਹੈ ਨਾ, ਹਾਂਜੀ। ਜਿਹੜੀਆਂ ਹੋਰ ਕੋਲਡ ਡਰਿੰਕਸ ਨੇ, ਉਹਨਾਂ ਦੇ ਨਾਲ ਸੰਬੰਧਿਤ ਆ। ਆਮ ਤੌਰ 'ਤੇ ਵੈਸੇ ਜਿਹੜੀ ਇਹ ਗੱਲ ਹੁੰਦੀ ਆ ਕਿ ਜੀ ਚਾਹ ਪੀਤੇ ਬਗੈਰ ਅੱਖਾਂ ਨਹੀਂ ਖੁੱਲ੍ਹਦੀਆਂ, ਹੂੰ, ਹੂੰ। ਇਹ ਸੱਚੀ ਇੰਨਾ ਵਧੀਆ ਸਟਿਮੂਲੈਂਟ ਹੈਗਾ ਇਹ ਕਿ ਬੰਦੇ ਨੂੰ ਅਲਰਟ ਕਰ ਦੇਵੇ? ਸੋ ਸਟਿਮੂਲੈਂਟ ਹੈਗਾ, ਹਾਂਜੀ। ਕੈਫੀਨ ਸਟਿਮੂਲੈਂਟ ਆ। ਪਰ ਇੱਕ ਬੜੀ ਵਧੀਆ ਨੁਕਤਾ ਇਹ ਹੈਗਾ ਕਿ ਚਾਹ ਅਤੇ ਕੌਫੀ ਦਾ ਇਸਤੇਮਾਲ ਕਦੇ ਨੀਂਦ ਨੂੰ ਭਜਾਉਣ ਲਈ ਨਾ ਕਰੋ। ਹੂੰ। ਸੋ ਅੱਖਾਂ ਪਹਿਲਾਂ ਖੁੱਲ੍ਹੀਆਂ ਹੋਣ ਤਾਂ ਉਹ ਜ਼ਿਆਦਾ ਚੰਗੀ ਗੱਲ ਆ। ਜੀ, ਅਤੇ ਵੈਸੇ ਜਿਹੜੀ ਸਲੀਪ ਆ, ਸੋ ਕੈਫੀਨ ਸਲੀਪ ਨਾਲ ਇੰਟਰਫੇਅਰ ਕਰਦੀ ਆ। ਜੀ। ਜੇ ਤੁਸੀਂ ਖਾਸ ਕਰ ਕਈ ਲੋਕ ਜ਼ਿਆਦਾ ਸੈਂਸਿਟਿਵ ਹੁੰਦੇ ਨੇ, ਕਈ ਘੱਟ। ਕਈ ਇਸ ਤਰ੍ਹਾਂ ਦੇ ਵੀ ਹੁੰਦੇ ਕਿ ਕਹਿੰਦੇ ਸੌਣ ਤੋਂ ਪਹਿਲਾਂ ਮੈਂ ਚਾਹ ਦਾ ਕੱਪ ਪੀਣਾ ਤੇ ਹੂੰ। ਚਾਹ ਪੀ ਕੇ ਸੌਂ ਜਾਣਾ। ਸੋ ਥੋੜ੍ਹਾ ਜਿਹਾ ਇੰਡੀਵਿਜੂਅਲ ਆ, ਹਰੇਕ ਦੀ ਬੋਡੀ ਡਿਫਰੈਂਟ ਤਰ੍ਹਾਂ ਮੈਟਾਬੋਲਾਈਜ਼ ਕਰਦੀ ਹੈ। ਪਰ ਕਦੇ ਵੀ ਚਾਹ ਅਤੇ ਕੌਫੀ ਨੂੰ ਉਦੋਂ ਨਹੀਂ ਵਰਤਣਾ ਚਾਹੀਦਾ ਕਿ ਨੀਂਦ ਆਈ ਹੋਵੇ, ਥਕਾਵਟ ਹੋਈ ਹੋਏ, ਪਰ ਆਪਾਂ ਉਹ ਦੱਬੀ ਜਾਈਏ। ਹੂੰ। ਸੋ ਸਟਿਮੂਲੈਂਟ ਆ, ਪਰ ਜਦੋਂ ਆਪਾਂ ਸਲੀਪ ਨੂੰ ਇਗਨੋਰ ਕਰ ਦਿੰਦੇ ਆ ਜੀ। ਤੇ ਐਮਰਜੈਂਸੀ ਜਾਂ ਕਿਤੇ ਕਤਾਈ ਤਾਂ ਹੋ ਗਿਆ, ਹੈ ਨਾ? ਤੁਸੀਂ ਡਰਾਈਵ ਕਰਨਾ ਹੈ, ਤੁਹਾਨੂੰ ਕੌਫੀ ਚਾਹੀਦੀ ਹੈ, ਜੀ। ਫਾਈਨ। ਪਰ ਜੇ ਰੈਗੂਲਰਲੀ ਤੁਸੀਂ ਹੈਬਿਚੁਅਲੀ ਆਪਣੇ ਆਪ ਨੂੰ ਸਲੀਪ ਡਿਪਰਾਈਵ ਕਰ ਲਓ ਤੇ ਚਾਹ ਕੌਫੀ 'ਤੇ ਹੀ ਚੱਲੀ ਜਾਵੋ, ਉਹ ਸਿਹਤ ਲਈ ਹਾਨੀਕਾਰਕ ਹੁੰਦਾ। ਜੀ। ਡਾਕਟਰ ਸਾਹਿਬ, ਅਸੀਂ ਪਿਛਲੇ ਹਫ਼ਤੇ ਗੱਲ ਜਦੋਂ ਕਰਦੇ ਸੀ, ਮੇਰੇ ਜਾਣਕਾਰਾਂ ਦੇ ਵਿੱਚੋਂ ਇੱਕ ਕਿਸੇ ਨੇ ਨਾ ਚਾਹ ਪੀਣੀ ਛੱਡਤੀ, ਹਾਂਜੀ। ਅਤੇ ਪਹਿਲਾਂ ਸਾਨੂੰ ਲੱਗਿਆ ਵੀ ਚਲੋ ਚਾਹ ਛੱਡਣ ਨਾਲ ਵੀ ਬਹੁਤ ਸਾਰੇ ਲੋਕ ਨਾ ਇਹੋ ਜਿਹੇ ਅਹਿਦ ਕਰਦੇ ਨੇ, ਚਲੋ ਠੀਕ ਹੈ ਛੱਡ ਲਓ, ਥੋੜ੍ਹੇ ਦਿਨਾਂ ਤੱਕ ਬੰਦਾ ਕਹਿੰਦਾ ਚਲੋ ਇੱਕ ਕੱਪ ਕਦੇ ਕਦੇ ਪੀ ਲਿਆ ਤਾਂ ਕੋਈ ਹੂੰ, ਫਰਕ ਨਹੀਂ ਪੈਣਾ। ਉਹਨਾਂ ਦੀ ਸਿਹਤ 'ਤੇ ਬੜਾ ਪੋਜ਼ੀਟਿਵ ਅਸਰ ਦੇਖਣ ਨੂੰ ਮਿਲਿਆ, ਐਂਡ ਕੋਈ ਬਹੁਤੇ ਹੈਵੀ ਟੀ ਡਰਿੰਕਰ ਨਹੀਂ ਹੈਗੇ ਉਹ, ਰਾਈਟ। ਅਤੇ ਕੋਈ ਇਹ ਨਹੀਂ ਸ਼ੂਗਰ ਪਾ ਕੇ ਵੀ ਨਹੀਂ ਚਾਹ ਪੀਂਦੇ, ਹੈ ਨਾ, ਫਿੱਕੀ ਚਾਹ ਪੀਂਦੇ ਸੀ, ਹਾਂਜੀ। ਤੇ ਜਿਹਨੂੰ ਅਸੀਂ ਨਾ ਆਮ ਤੌਰ 'ਤੇ ਕਹਿੰਦੇ ਹਾਂ ਐਰੋਪਲੇਨ ਮੋਡ ਵਾਲੀ ਚਾਹ, ਹਾਂ, ਹਾਂ। ਕਿ ਉਹਦੇ ਦੁੱਧ ਵੀ ਉਬਾਲ ਕੇ ਨਹੀਂ ਪਾਉਂਦੇ, ਹੈ ਰਾਈਟ, ਨਾ, ਪਹਿਲਾਂ ਉਹ ਪੱਤੀ ਸਟੀਪ ਕਰਕੇ ਉੱਤੋਂ ਮਾੜਾ ਜਿਹਾ ਦੁੱਧ ਪਾ ਲਿਆ ਐਂਡ ਦੈਟ ਵਾਜ਼ ਇਟ। ਰਾਈਟ। ਉਹ ਚਾਹ ਛੱਡਣ ਦੇ ਨਾਲ ਵੀ ਉਹਨਾਂ ਦੀ ਸਿਹਤ ਦੇ ਉੱਪਰ ਬੜਾ ਪੋਜ਼ੀਟਿਵ ਇੰਪੈਕਟ ਦੇਖਣ ਨੂੰ ਮਿਲਿਆ ਜੀ, ਕਿ ਇਹ ਜਿਹੜੀ ਓਵਰਆਲ ਐਨਰਜੀ ਲੈਵਲ ਸੀ ਉਹ ਬੈਟਰ ਹੋ ਗਿਆ, ਹੂੰ, ਹੂੰ। ਜਿਹੜਾ ਫੇਸ ਦੇ ਉੱਪਰ ਇੱਕ ਗਲੋ ਹੁੰਦਾ ਜਨਰਲੀ, ਤੁਹਾਡੀ ਐਨਰਜੀ ਹੁੰਦੀ ਆ, ਉਹ ਬੈਟਰ ਹੋ ਗਈ। ਸੋ ਕੀ ਚਾਹ ਇਹਨਾਂ ਚੀਜ਼ਾਂ ਦੇ ਨਾਲ ਇੰਟਰਫੇਅਰ ਕਰਦੀ ਹੈ ਜਾਂ ਇੰਡੀਵਿਜੂਅਲ ਟੂ ਇੰਡੀਵਿਜੂਅਲ ਹੈ ਇਹ? ਸੋ ਕਾਫੀ ਹੱਦ ਤੱਕ ਤਾਂ ਇੰਡੀਵਿਜੂਅਲ ਆ ਵਿੱਚ, ਪਰ ਚਾਹ ਅਤੇ ਕੌਫੀ ਬੜੀਆਂ ਕਮਰਸ਼ੀਅਲ ਕ੍ਰੌਪਸ ਨੇ। ਹੂੰ। ਚਾਹ ਕੌਫੀ ਦਾ ਟਰੇਡ ਸਦੀਆਂ ਤੋਂ ਚੱਲਦਾ ਆ ਰਿਹਾ, ਤੇ ਚਾਹ ਕੌਫੀ ਤੇ ਸ਼ੂਗਰ ਇਹਦੇ ਪਿੱਛੇ ਸਲੇਵਰੀ ਵੀ ਹੋਈ। ਹੂੰ। ਸੋ ਜਦੋਂ ਕੋਈ ਚੀਜ਼ ਇੰਨੀ ਕਮਰਸ਼ੀਅਲ ਹੋ ਜਾਏ ਤਾਂ ਉਹਦੇ 'ਚ ਕੰਟੈਮੀਨੇਸ਼ਨ ਦੇ ਰਿਸਕ ਤੇ ਉਹਦੀ ਕੁਆਲਿਟੀ 'ਚ ਗਿਰਾਵਟ ਆ ਜਾਣੀ ਬੜੀ ਸੁਭਾਵਿਕ ਜੀ ਗੱਲ ਆ, ਜੀ। ਮੁਨਾਫੇ ਕਰਕੇ। ਜੀ। ਸੋ ਇਹ ਪਾਇਆ ਗਿਆ ਕਿ ਕਈ ਚਾਹਾਂ ਨੇ ਐਸੀਆਂ, ਹੂੰ। ਕਈ ਕੌਫੀਆਂ ਨੇ ਐਸੀਆਂ ਜਿਨ੍ਹਾਂ ਦੇ ਵਿੱਚ ਹੈਵੀ ਮੈਟਲਸ ਦੀ ਕੰਟੈਮੀਨੇਸ਼ਨ ਹੁੰਦੀ ਹੈ, ਲੈਡ ਖਾਸ ਕਰਕੇ। ਅੱਛਾ ਜੀ। ਤੇ ਉਹਦੇ ਵਿੱਚ ਹੋਰ ਕੈਮੀਕਲਸ ਜਿਨ੍ਹਾਂ ਨੂੰ ਜਿੱਦਾਂ ਮਾਈਕੋਟੋਕਸਿਨਸ ਤੇ ਕਈ ਪੈਸਟੀਸਾਈਡ, ਉਹ ਐਕ੍ਰਿਲੇਮਾਈਡ ਜਿਵੇਂ ਉਹਨੂੰ ਪ੍ਰੋਸੈਸ ਕੀਤਾ ਜਾਂਦਾ, ਜਦੋਂ ਰੋਸਟ ਕੀਤਾ ਜਾਂਦਾ ਚਾਹ ਨੂੰ, ਕੌਫੀ ਦੇ ਬੀਨਸ ਨੂੰ, ਤੇ ਉਹ ਪੈਦਾ ਹੋ ਜਾਂਦੇ ਨੇ। ਹੂੰ। ਹੋ ਸਕਦਾ ਹੈ ਕਿ ਕੋਈ ਉਹਨਾਂ ਨੂੰ ਬਹੁਤ ਸੈਂਸਿਟਿਵ ਹੋਵੇ। ਹੈਵੀ ਮੈਟਲਸ ਸਾਰਿਆਂ ਲਈ ਮਾੜੇ ਨੇ ਜ਼ਿਆਦੇ, ਪਰ ਕਿਸੇ ਦੀ ਬਾਡੀ ਉਹਨੂੰ ਬੜੀ ਵਧੀਆ ਡੀਲ ਕਰ ਲੈਂਦੀ ਹੈ। ਹੂੰ। ਕਈਆਂ 'ਚੋਂ ਥੋੜ੍ਹਾ ਜਿਹਾ ਅਮਾਊਂਟ ਵੀ ਹਾਨੀਕਾਰਕ ਹੋ ਜਾਂਦਾ। ਜੀ। ਸੋ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸ ਰਹੇ ਹੋ, ਮੇਰੇ ਮਨ 'ਚ ਇਹ ਆ ਰਿਹਾ ਕਿ ਸ਼ਾਇਦ ਲੈਡ ਜਾਂ ਕਿਸੇ ਇਸ ਤਰ੍ਹਾਂ ਦੇ ਹੈਵੀ ਮੈਟਲ ਦੀ ਮਾਤਰਾ ਵੱਧ ਹੋਵੇ, ਜਿਸ ਤਰ੍ਹਾਂ ਉਹ ਚਾਹ ਪੀ ਰਹੇ ਸੀਗੇ ਉਸ ਚਾਹ ਪੱਤੀ ਦੇ ਵਿੱਚ, ਹੂੰ। ਤੇ ਉਹਦੇ ਕਰਕੇ ਉਹਨਾਂ ਦੀ ਸਿਹਤ 'ਤੇ ਜਦੋਂ ਕਲੀਅਰ ਹੋਇਆ ਤੇ ਉਹਨਾਂ ਨੂੰ ਬਿਹਤਰ ਲੱਗਣ ਲੱਗ ਗਿਆ। ਪਰ ਇਸ ਤੋਂ ਇਲਾਵਾ ਸਿਰਫ ਕੈਫੀਨ ਦਾ ਹੂੰ। ਇਫੈਕਟ ਵੀ ਹਰੇਕ 'ਤੇ ਡਿਫਰੈਂਟ ਹੁੰਦਾ। ਜੀ। ਕਈ ਲੋਕ ਤਾਂ ਪੋਜ਼ੀਟਿਵਲੀ ਸਟਿਮੂਲੈਂਟ ਹੁੰਦੇ ਨੇ, ਜੀ। ਕਈਆਂ ਦਾ ਮੂਡ ਵਧੀਆ ਹੋ ਜਾਂਦਾ, ਹੂੰ। ਕਈਆਂ ਨੂੰ ਹੈਡੇਕ ਹੋਣ ਲੱਗ ਪੈਂਦੀ ਆ, ਜਾਂ 2-3 ਘੰਟੇ ਬਾਅਦ ਕੌਫੀ ਤੋਂ ਉਹਨਾਂ ਦਾ ਸਿਰ ਦੁਖਣ ਲੱਗ ਪੈਂਦਾ, ਰਾਈਟ। ਅਨਲੈਸ ਉਹ ਹੋਰ ਕੌਫੀ ਪੀਣ। ਰਾਈਟ। ਸੋ ਐਡਿਕਟਿਵ ਬਿਹੇਵੀਅਰ ਬਣ ਜਾਂਦਾ ਉਹਦੇ ਵਿੱਚ। ਹੂੰ। ਕਈ ਲੋਕ ਐਸੇ ਵੀ ਨੇ ਜਿਹੜੇ ਕੌਫੀ ਪੀ ਕੇ ਖਾਸਕਰ ਜਿਟਰੀ ਹੋ ਜਾਂਦੇ ਆ। ਉਹਨਾਂ ਹੂੰ। ਨੂੰ ਜਿਵੇਂ ਬਾਡੀ ਸ਼ੇਕ ਕਰਨ ਲੱਗ ਪੈਂਦੀ ਹੈ, ਹੱਥ ਕੰਬਣ ਲੱਗ ਪੈਂਦੇ ਨੇ। ਉਹ ਕੈਫੀਨ ਨੂੰ ਵਧੀਆ ਰਿਐਕਟ ਨਹੀਂ ਕਰਦੇ। ਸੋ ਇਹਨਾਂ 'ਚੋਂ ਕੋਈ ਵੀ ਕਾਰਨ ਹੋ ਸਕਦਾ ਉਸ ਚੀਜ਼ ਦਾ। ਅੱਛਾ, ਜੇ ਗੱਲ ਚਲੋ ਕੈਫੀਨ ਦਾ ਇਸ਼ੂ ਆ, ਤਾਂ ਫਿਰ ਹੁਣ ਡੀਕੈਫੀਨੇਟਿਡ ਡਰਿੰਕਸ ਵੀ ਬਹੁਤ ਆ ਗਈਆਂ ਜੀ, ਬਿਲਕੁਲ, ਅਤੇ ਹਾਂਜੀ। ਉਹ ਫਿਰ ਠੀਕ ਨੇ? ਉਹਦੇ 'ਚ ਕੈਫੀਨ ਮੰਨਫੀ ਕਰਤੀ ਫਿਰ? ਸੋ ਜੇ ਕੋਈ ਕੈਫੀਨ ਸੈਂਸਿਟਿਵ ਹੋਵੇ, ਹੂੰ। ਤੇ ਇਹ ਹਰੇਕ ਨੂੰ ਖੁਦ ਡਿਸਾਈਡ ਕਰਨਾ ਪੈਣਾ। ਹੂੰ। ਇਹ ਥੋੜ੍ਹਾ ਜਿਹਾ ਇੰਡੀਵਿਜੂਅਲ ਆਪਣਾ ਬਾਡੀ ਦਾ ਰਿਸਪੌਂਸ ਹੈ। ਜੇ ਕੋਈ ਕੈਫੀਨ ਸੈਂਸਿਟਿਵ ਹੋਵੇ, ਉਹਨਾਂ ਵਾਸਤੇ ਡੀਕੈਫੀਨੇਟਿਡ ਡੈਫੀਨੇਟਲੀ ਬਿਹਤਰ ਹੈ। ਜੀ। ਚਾਹਵਾਂ ਵੀ ਬਹੁਤ ਨੇ ਐਸੀਆਂ ਜਿਨ੍ਹਾਂ 'ਚ ਕੈਫੀਨ ਦਾ ਕੰਟੈਂਟ ਵੇਰੀ ਕਰਦਾ। ਹੂੰ। ਸੋ ਇੱਕ ਵਾਈਟ ਟੀ ਹੁੰਦੀ ਹੈ, ਇੱਕ ਗ੍ਰੀਨ ਟੀ ਹੈ, ਇੱਕ ਬਲੈਕ ਟੀ ਹੈ। ਰਾਈਟ। ਸੋ ਜਿਹੜੀਆਂ ਇਹ ਸਾਰੀਆਂ ਪੋਪੂਲਰ ਚਾਹਾਂ ਨੇ, ਵਾਈਟ, ਗ੍ਰੀਨ ਐਂਡ ਬਲੈਕ,
ਇਹ ਬੇਸਿਕਲੀ ਇੱਕੋ ਪਲਾਂਟ ਤੋਂ ਬਣਦੀਆਂ ਨੇ, ਹੂੰ, ਹੂੰ। ਪਰ ਉਹਦੀ ਪ੍ਰੋਸੈਸਿੰਗ ਕਿਸ ਤਰ੍ਹਾਂ ਕੀਤੀ ਗਈ, ਚਾਹ ਦੇ ਪੱਤਿਆਂ ਦੀ ਜਾਂ ਬਡਸ ਦੀ, ਉਹਦੇ 'ਤੇ ਡਿਪੈਂਡ ਕਰਦਾ ਕਿ ਉਹ ਬਲੈਕ ਟੀ ਬਣੂਗੀ, ਗ੍ਰੀਨ ਬਣੂਗੀ ਜਾਂ ਵਾਈਟ। ਅੱਛਾ, ਇਹਨਾਂ ਦੇ ਵਿੱਚੋਂ ਹੁਣ ਕੁਝ ਚਾਹਾਂ ਜਿਵੇਂ ਤੁਸੀਂ ਦੱਸਿਆ ਨਾ ਵੀ ਸਟਿਮੂਲੈਂਟ ਤਾਂ ਹੈਗੀ ਆ, ਚਲੋ ਕੈਫੀਨ ਆ। ਹਾਂਜੀ, ਕੁਝ ਅਜਿਹੀ ਵੀ ਟੀਜ਼ ਹੈਗੀਆਂ ਨੇ ਜਿਹੜੀਆਂ ਕਿ ਕਾਮਿੰਗ ਇਫੈਕਟ ਵੀ ਕਰਦੀਆਂ ਨੇ ਜੀ, ਕਈਆਂ ਬਿਲਕੁਲ, ਹੈ ਨਾ ਜੀ? ਬਿਲਕੁਲ। ਸੋ ਅਕਸਰ ਚਾਹ ਜਿਵੇਂ ਇੱਕ ਗਰਮ ਜਲ ਹੂੰ, ਪੰਜਾਬ 'ਚ ਮਸ਼ਹੂਰ ਹਜੇ ਵੀ ਹੈਗਾ। ਜੀ। ਲੋਕ ਪਿੰਡਾਂ 'ਚ ਯੂਜ਼ ਕਰਦੇ ਨੇ ਗਰਮ ਜਲ, ਉਹ ਮਸਾਲੇ ਉਬਾਲ ਕੇ ਪੀਂਦੇ ਹੂੰ। ਆ ਜਾਂ ਖਾਲਸਾ ਚਾਹ ਕਹਿ ਦਿੰਦੇ ਨੇ ਹਾਂਜੀ, ਕਈ ਨੂੰ। ਹਾਂਜੀ, ਯੈਸ। ਉਹ ਚਾਹਾਂ ਬੜੀਆਂ ਹਰਬਲ ਮੈਡੀਸਨ ਦੀ ਤਰ੍ਹਾਂ ਕੰਮ ਕਰਦੀਆਂ ਨੇ। ਉਹਨਾਂ ਦੇ ਕਾਮਿੰਗ ਇਫੈਕਟ ਵੀ ਨੇ ਤੇ ਉਹਨਾਂ ਦੇ ਵਿੱਚ ਛੋਟੇ-ਛੋਟੇ ਨਿਊਟ੍ਰੀਐਂਟਸ ਐਸੇ ਹੁੰਦੇ ਆ ਤੇ ਸੈਂਕੜੇ ਹੀ ਹੁੰਦੇ ਆ। ਸਿਰਫ ਹੂੰ, ਕੈਫੀਨ ਜਾਂ 1-2 ਚੀਜ਼ਾਂ ਨਹੀਂ, ਛੋਟੀ-ਛੋਟੀ ਮਾਤਰਾ 'ਚ ਕਈ ਨਿਊਟ੍ਰੀਐਂਟ ਹੁੰਦੇ ਜਿਹੜੇ ਸਿਹਤ ਲਈ ਚੰਗੇ ਨੇ। ਜੀ। ਈਵਨ ਇੱਕ ਮੇਰੇ ਡੈਡ ਕਿਹਾ ਕਰਦੇ ਸੀਗੇ ਨਾ, ਉਹਨਾਂ ਨੂੰ ਚਾਹ ਪੀਣ ਦਾ ਬੜਾ ਸ਼ੌਕ ਸੀ ਹੂੰ, ਤੇ ਗਰਮੀ ਹੋਣੀ ਤੇ ਮੈਂ ਕਹਿਣਾ, "ਡੈਡ ਇੰਨੀ ਗਰਮੀ ਆ, ਤੁਸੀਂ ਹੂੰ, ਚਾਹ ਬਣਵਾਈ ਜਾਂਦੇ ਹੋ?" ਜੀ। ਤੇ ਉਹਨਾਂ ਨੇ ਕਹਿਣਾ, "यार गर्म चाय गर्मी में ठंडक पहुँचाती है।" ਹਾਂ, ਮੈਂ ਕਿਹਾ, "ਯਾਰ ਇਹ ਕਿੱਦਾਂ ਹੁੰਦਾ?" ਹਾਂਜੀ। ਤੇ ਚਾਹ ਦਾ ਇੱਕ ਵੈਸੋਡਾਇਲੇਸ਼ਨ ਇਫੈਕਟ ਆ ਕਿ ਅੱਛਾ ਜੀ। ਤੁਹਾਡੀਆਂ ਜਿਹੜੀਆਂ ਆਰਟਰੀਜ਼ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਡਾਇਲੇਟ ਕਰ ਦਿੰਦੀ ਆ, ਹੂੰ, ਸਪੈਸ਼ਲੀ ਗ੍ਰੀਨ ਟੀ। ਤੇ ਜਦੋਂ ਵੈਸੋਡਾਇਲੇਸ਼ਨ ਹੋ ਜਾਂਦੀ ਆ, ਤੁਹਾਡਾ ਜਿਵੇਂ ਪਸੀਨਾ ਆਉਂਦਾ ਹੈ ਸਰੀਰ ਨੂੰ ਥੋੜ੍ਹਾ ਜਿਹਾ, ਉਹਦੇ ਨਾਲ ਠੰਡਕ ਪਹੁੰਚਦੀ ਆ, ਹੈ ਨਾ? ਹੂੰ, ਸੋ ਚਾਹ ਦੇ ਆਰਟੀਰੀਅਲ ਫੰਕਸ਼ਨ ਤੇ ਈਵਨ ਕਾਫੀ ਦੇ ਬੈਨੀਫੀਸ਼ੀਅਲ ਇਫੈਕਟ ਵੀ ਪਾਏ ਜਾਂਦੇ ਨੇ। ਹੂੰ, ਹੂੰ। ਅੱਛਾ, ਇੱਕ ਨਾ ਮੈਂ ਪੜ੍ਹਦਾ ਸੀਗਾ ਜੀ ਵੀ ਜਦੋਂ ਚਾਹ ਤੇ ਕੌਫੀ ਦੀ ਕੰਜ਼ੰਪਸ਼ਨ ਜ਼ਿਆਦਾ, ਜਿਵੇਂ ਤੁਸੀਂ ਇਸ਼ਾਰਾ ਕੀਤਾ ਨਾ ਕਿ ਇਹ ਤਾਂ ਟਰੇਡਿੰਗ ਵਾਲੀ ਗੱਲ ਬਣ ਗਈ, ਕਮਰਸ਼ੀਅਲ ਹੋ ਗਈ, ਫਿਰ ਉਸ ਤੋਂ ਬਾਅਦ ਸਲੇਵਰੀ ਵੀ ਹੋਈ ਇਹਦੇ ਕਰਕੇ। ਹਾਂਜੀ। ਕਿ ਇਹਦੀ ਜ਼ਿਆਦਾ ਕੰਜ਼ੰਪਸ਼ਨ ਤਾਂ ਸ਼ੁਰੂ ਹੋਈ, ਇਹਦੇ ਪਿੱਛੇ ਵੀ ਬਲਬ ਜਿਹੜਾ ਇਜਾਦ ਹੋਇਆ, ਉਹ ਹੂੰ, ਇੱਕ ਹੂੰ, ਬਹੁਤ ਵੱਡਾ ਰੀਜ਼ਨ ਸੀ। ਹੂੰ, ਹੂੰ। ਕਿਉਂਕਿ ਲੰਮੇ ਸਮੇਂ ਤੱਕ ਸਾਰੇ ਖੇਤੀਬਾੜੀ ਕਰਦੇ ਸੀ ਹਾਂਜੀ, ਤੇ ਖੇਤੀਬਾੜੀ ਦਾ ਸਕੈਜੂਅਲ ਜੁੜਿਆ ਹੋਇਆ ਸੀ ਸੂਰਜ ਚੜ੍ਹਨ ਨਾਲ ਤੇ ਸੂਰਜ ਡੁੱਬਣ ਨਾਲ। ਬਿਲਕੁਲ। ਪਰ ਜਦੋਂ ਬਲਬ ਦਾ ਇਜਾਦ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਕਾਰਖਾਨਿਆਂ ਦੇ ਵਿੱਚ ਸ਼ਿਫਟਾਂ ਨਾਲ ਕੰਮ ਚੱਲਣ ਲੱਗ ਪਿਆ, ਹਾਂਜੀ, ਕਿਉਂਕਿ ਹੁਣ ਤੁਸੀਂ ਆਰਟੀਫਿਸ਼ਲੀ ਰੋਸ਼ਨੀ ਕ੍ਰੀਏਟ ਕਰ ਸਕਦੇ ਸੀ। ਰਾਈਟ। ਪਹਿਲਾਂ ਜਿਹੜਾ ਵਿਅਕਤੀ ਆਪਣੇ ਦਿਨਚਰਿਆ ਦੇ ਮੁਤਾਬਕ, ਡੇ ਲਾਈਟ ਦੇ ਮੁਤਾਬਕ ਉੱਠਦਾ ਸੀ, ਸੌਂਦਾ ਸੀ, ਹੂੰ, ਹੂੰ। ਹੁਣ ਉਹਦੇ ਸੌਣ ਦਾ ਸਮਾਂ ਪੁੱਠਾ ਸਿੱਧਾ ਹੋ ਗਿਆ, ਬਿਲਕੁਲ। ਕਿਉਂਕਿ ਹੁਣ ਤੁਸੀਂ ਆਰਟੀਫਿਸ਼ਲ ਲਾਈਟ ਹੈ ਤੁਹਾਡੇ ਕੋਲ। ਹਾਂਜੀ, ਤਾਂ ਕਹਿੰਦੇ ਉਦੋਂ ਫਿਰ ਚਾਹ ਤੇ ਕੌਫੀ ਦੀ ਕੰਜ਼ੰਪਸ਼ਨ ਇੱਕਦਮ ਉਦੋਂ ਫਿਰ ਸਪਾਈਕ ਹੋਣੀ ਸ਼ੁਰੂ ਹੋਈ। ਉਦੋਂ ਆ ਕਲਚਰ ਦਾ ਹਿੱਸਾ ਬਣ ਗਿਆ ਹਾਂਜੀ, ਕਿ ਸਵੇਰੇ ਤੁਸੀਂ ਅਰਲੀ ਉੱਠੇ ਤਾਂ ਚਾਹ ਪੀਣੀ ਪੈਣੀ ਆ, ਤਾਂ ਅੱਖਾਂ ਖੁੱਲ੍ਹਣਗੀਆਂ। ਹਾਂਜੀ। ਸੋ ਇਹ ਜਿਹੜਾ ਚਾਹ ਦਾ ਯੂਜ਼ ਹੈ ਡੈਫੀਨੇਟਲੀ ਸੋਸਾਇਟੀ ਦੀ ਇੰਡਸਟਰੀਅਲਾਈਜ਼ੇਸ਼ਨ, ਜੀ, ਮਾਡਰਨਾਈਜ਼ੇਸ਼ਨ ਦੇ ਨਾਲ ਵਧਿਆ। ਜੀ। ਪਰ ਸਟਿਲ ਚਾਹ ਦੇ ਬੈਨੀਫੀਸ਼ੀਅਲ ਇਫੈਕਟ ਵੀ ਨੇ। ਹੂੰ, ਜੇ ਉਹਨੂੰ ਸਹੀ ਤਰੀਕੇ ਨਾਲ, ਸਹੀ ਮਾਤਰਾ 'ਚ ਆਪਣੇ ਸਰੀਰ ਦੇ ਹਿਸਾਬ ਨਾਲ ਇਸਤੇਮਾਲ ਕੀਤਾ ਜਾਏ ਤੇ ਉਹ ਚੰਗੀ ਹੈ। ਸੋ ਬੈਨੀਫੀਸ਼ੀਅਲ ਇਫੈਕਟਸ ਕਿਹੜੇ-ਕਿਹੜੇ ਨੇ ਡਾਕਟਰ ਸਾਹਿਬ? ਸੋ ਵਿਜੇ ਇੱਕ ਤਾਂ ਵੈਸੋਡਾਇਲੇਸ਼ਨ ਹੋ ਗਈ, ਹੂੰ, ਪਾਇਆ ਗਿਆ ਕਿ ਜਿਹੜੇ ਤੁਹਾਡਾ ਆਰਟਰੀਜ਼ ਦਾ ਫੰਕਸ਼ਨ ਆ, ਬਲੱਡ ਫਲੋ ਆ, ਉਹਦੇ 'ਤੇ ਚੰਗੇ ਇਫੈਕਟ ਨੇ। ਮੂਡ 'ਤੇ ਦੇ ਚੰਗੇ ਇਫੈਕਟ ਪਾਏ ਗਏ ਆ, ਜੀ। ਜਿਨ੍ਹਾਂ ਨੂੰ ਉਹ ਸੂਟ ਕਰਦੀ ਆ। ਫਿਰ ਜਿਹੜੀਆਂ ਹਰਬਲ ਟੀਜ਼ ਨੇ, ਹੂੰ, ਕਈ ਕਾਮਿੰਗ ਟੀਜ਼ ਨੇ, ਜਿਵੇਂ ਅਸ਼ਵਗੰਧਾ, ਤੁਲਸੀ ਆ ਹੂੰ। ਜਾਂ ਹਿਬਿਸਕਸ ਦੀ ਚਾਹ ਹੈ। ਕੈਮੋਮਿਲ ਟੀ ਵੀ ਆਉਂਦੀ ਇੱਕ। ਹਾਂਜੀ, ਕੈਮੋਮਿਲ ਟੀ ਆ। ਉਹਨਾਂ ਦੇ ਕਾਮਿੰਗ ਇਫੈਕਟ ਪਾਏ ਜਾਂਦੇ ਨੇ, ਉਹ ਤੁਹਾਨੂੰ ਰਿਲੈਕਸ ਕਰਦੀਆਂ ਨੇ ਮਾਈਂਡ ਨੂੰ, ਬਾਡੀ ਨੂੰ। ਤੇ ਇੱਕ ਬੜੀ ਵਧੀਆ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਚਾਹ ਨੂੰ ਇੱਕ ਤੇ ਡਰੱਗ ਦੀ ਤਰ੍ਹਾਂ ਵਰਤਣਾ, ਹੂੰ, ਕਿ ਹੁਣ ਸਰੀਰ ਆਰਾਮ ਮੰਗ ਰਿਹਾ, ਹੂੰ, ਨੀਂਦ ਆ ਰਹੀ ਹੈ, ਪਰ ਉਹਦੇ ਤੇ ਆਪਾਂ ਚਾਬੁਕ ਮਾਰ ਕੇ ਉਹਨੂੰ ਫਿਰ ਘੋੜੇ ਹੂੰ, ਨੂੰ ਦੌੜਾ ਲਈਏ ਦੁਬਾਰਾ, ਹੈ ਹੂੰ, ਨਾ? ਉਹ ਮਾੜੀ ਗੱਲ ਆ। ਹੂੰ। ਉਹ ਜ਼ਿਆਦਾਤਰ ਜੇ ਉਹਦੀ ਹੈਬਿਟ ਬਣ ਜਾਏ ਤੇ ਅੱਜ-ਕੱਲ੍ਹ ਪਾਇਆ ਜਾਂਦਾ ਕਿ ਸਾਰੇ ਹੀ ਨਾਰਥ ਅਮਰੀਕਾ 'ਚ ਮੋਸਟਲੀ ਲੋਕ ਸਲੀਪ ਡਿਪਰਾਈਵਡ ਨੇ। ਜੀ, ਜਿੰਨੀ ਲੋੜ ਆ ਓਨਾ ਨਹੀਂ ਸੌਂਦੇ। ਰਾਈਟ, ਤੇ ਹੁਣ ਕੈਫੀਨ ਐਨਰਜੀ ਡਰਿੰਕਸ ਦਾ ਵੀ ਪਾਰਟ ਬਣ ਗਈ ਹੈ। ਰਾਈਟ, ਇਸੇ ਕਰਕੇ ਰਾਈਟ। ਖਾਸਕਰ ਯੰਗਸਟਰ ਬਹੁਤ ਯੂਜ਼ ਕਰਦੇ ਨੇ। ਪਰ ਚਾਹ ਦੀ ਨਾ ਇੱਕ ਬੜੀ ਖੂਬਸੂਰਤ, ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਕਿ ਇੱਕ ਪ੍ਰੋਫੈਸਰ ਫਿਲਾਸਫੀ ਦੀ ਕਲਾਸ 'ਚ ਕਹਿੰਦਾ ਹੈ ਹੂੰ, ਕਿ ਦੋਸਤ ਨਾਲ ਚਾਹ ਪੀਣ ਲਈ ਹਮੇਸ਼ਾ ਟਾਈਮ ਹੋਣਾ ਚਾਹੀਦਾ। ਜੀ, ਸੋ ਚਾਹ ਕਲਚਰਲੀ ਜਿਵੇਂ ਜਾਪਾਨ 'ਚ ਖਾਸ ਕਰਕੇ ਇੱਕ ਟੀ ਸੈਰੇਮਨੀ ਕੀਤੀ ਜਾਂਦੀ ਹੈ। ਰਾਈਟ। ਤੇ ਉਹ ਕਹਿੰਦੇ ਵੀ ਟੀ ਸੈਰੇਮਨੀ ਕਰਨ ਵਾਲਾ ਵੀ ਇੱਕ ਮਾਸਟਰ ਹੁੰਦਾ ਆ, ਉਹ ਇਸ ਚੀਜ਼ ਦਾ ਐਕਸਪਰਟ ਆ। ਅੱਛਾ ਜੀ। ਸੋ ਉਹਦੇ 'ਚ ਨੁਕਤਾ ਇਹ ਹੈ ਕਿ ਤੁਸੀਂ ਇੱਕ ਮਾਹੌਲ ਇਸ ਤਰ੍ਹਾਂ ਦਾ ਕ੍ਰੀਏਟ ਕਰੋ, ਹੂੰ, ਜਿੱਥੇ ਕੁਛ ਮਿੰਟ, ਚਾਹੇ ਉਹ 10 ਮਿੰਟ ਹੀ ਹੋਣ, ਆਰਾਮ ਨਾਲ ਬੈਠ ਕੇ, ਕਾਮਲੀ ਸਰਾਊਂਡਿੰਗ ਵਧੀਆ ਹੋਵੇ, ਰੌਲਾ ਰੱਪਾ ਬੰਦ ਹੋਵੇ ਤੇ ਤੁਸੀਂ ਚਾਹ ਦੇ ਕੱਪ ਨੂੰ ਐਪਰੀਸ਼ੀਏਟ ਕਰ ਸਕੋ ਕਿਸੇ ਦੀ ਸੰਗਤ ਦੇ ਵਿੱਚ, ਕਿਸੇ ਦੀ ਹੂੰ, ਚੰਗੀ ਕੰਪਨੀ 'ਚ। ਤੇ ਹੁਣ ਡਰਾਈਵ ਥਰੂ ਕਲਚਰ ਬਣ ਗਿਆ। ਹੁਣ ਚਾਹ ਇੱਕ ਇਸ ਤਰ੍ਹਾਂ ਵੀ ਸਵੇਰੇ-ਸਵੇਰੇ ਕੰਮ ਤੇ ਜਾਂਦਿਆਂ-ਜਾਂਦਿਆਂ ਰਾਹ 'ਚੋਂ ਅੱਧਾ ਸਕਿੰਟ, ਅੱਧਾ ਮਿੰਟ ਮਿਲ ਜਾਏ ਤੇ ਡਰਾਈਵ ਥਰੂ ਤੋਂ ਲੈ ਕੇ ਉਹ ਵੀ ਆਪਾਂ ਫਟਾਫਟ ਲੰਘਾਉਣ ਦੀ ਗੱਲ ਕਰਦੇ ਹਾਂ। ਉਹਦੀ ਵੀ ਜਿਹੜੀ ਓਪਨਿੰਗ ਹੁੰਦੀ ਗਲਾਸ ਦੇ ਉੱਤੇ, ਉਹ ਇੰਨੀ ਕੁ ਹੁੰਦੀ ਹੈ ਕਿ ਉਹ ਹਾਂਜੀ। ਗਰਮ-ਗਰਮ ਚਾਹ ਨਾ ਸਵਾਦ ਆਉਂਦਾ। ਹਾਂ, ਹਾਂ। ਮੇਰੇ ਖਿਆਲ ਉਹ ਬੰਦਾ ਸਿਰਫ਼ ਆਪਣਾ ਇੱਕ ਭੁੱਸ ਪੂਰਾ ਕਰਦਾ ਵੀ ਚਲੋ ਚਾਹ ਪੀ ਲਈ। ਬਿਲਕੁਲ, ਜੀ, ਬਿਲਕੁਲ। ਇਹ ਮੈਂਟਲੀ ਇੱਕ ਤਰ੍ਹਾਂ ਨਾਲ ਹੂੰ, ਹੁੰਦਾ ਹੈ ਕਿ ਹੁਣ ਮੈਨੂੰ ਜਾਗ ਆ ਜੂਗੀ। ਜੀ, 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 ਅੱਖਾਂ ਖੁੱਲ ਜਾਣਗੀਆਂ, ਮੈਂ ਅੱਜ ਚਾਹ ਪੀ ਲਈ। ਜੀ, ਸੋ ਜਿਹੜੀ ਟੀ ਸੈਰੇਮਨੀ ਆ ਜਾਂ ਟੀ ਟਾਈਮ ਆ,
ਉਹ ਬੜਾ ਵਿੱਚ ਇੱਕ ਇੰਪੋਰਟੈਂਟ ਨੁਕਤਾ। ਜੀ, ਇਹਦਾ ਸੋਸ਼ਲ ਐਂਗਲ ਬੜਾ ਜ਼ਬਰਦਸਤ ਹੈ ਜੀ, ਕਿਉਂਕਿ ਜਦੋਂ ਹਾਂਜੀ, ਕਦੇ ਵੀ ਕੋਈ ਘਰ ਆਉਂਦਾ, ਤੁਸੀਂ ਕਿਸੇ ਨੂੰ ਮਿਲਣ ਜਾਂਦੇ ਹੋ, ਵੀ ਚਾਹ ਤਾਂ ਪੀ ਕੇ ਹੀ ਜਾਇਓ ਨਾ, ਬਿਲਕੁਲ, ਹੈ ਨਾ ਜੀ? ਬਿਲਕੁਲ, ਹਾਂਜੀ, ਸੋ ਕਿਉਂਕਿ ਉਹਦੇ ਵਿੱਚ ਆਈ ਥਿੰਕ ਆਓ ਭਗਤ ਦਾ, ਮਹਿਮਾਨ ਨਵਾਜ਼ੀ ਦਾ ਵੀ ਹਿੱਸਾ ਇਹ। ਐਬਸੋਲੂਟਲੀ, ਇੱਕ ਮੇਰੇ ਚੇਤਾ ਜੀ, ਪਿਛਲੇ ਹਫ਼ਤੇ ਤੁਸੀਂ ਜ਼ਿਕਰ ਕੀਤਾ ਸੀ ਕਿ ਚਾਹ ਇੰਨਾ ਖਰਾਬਾ ਨਹੀਂ ਕਰਦੀ ਜਿੰਨਾ ਅਸੀਂ ਚਾਹ ਦੇ ਆਲੇ-ਦੁਆਲੇ ਦਾ ਪੂਰਾ ਪੈਕੇਜ ਬਣਾ ਲੈਂਦੇ ਹਾਂ। ਬਿਲਕੁਲ। ਉਹ ਵਾਲਾ ਪਹਿਲੂ ਵੀ ਜ਼ਰੂਰ ਦੱਸਿਓ ਜੀ। ਸੋ ਜਦੋਂ ਚਾਹ ਪੀਤੀ ਜਾਂਦੀ ਆ, ਹੂੰ। ਪਹਿਲਾਂ ਤੇ ਜਿਵੇਂ ਤੁਸੀਂ ਕਹਿੰਦੇ ਸੀ ਨਾ ਚਾਹ ਤੜਕਾ ਲਾ ਕੇ ਪੀਤੀ ਹੂੰ, ਜਾਂਦੀ ਆ। ਹੂੰ। ਸੋ ਜਿਹੜਾ ਵੈਸੋਡਾਇਲੇਸ਼ਨ ਇਫੈਕਟ ਦੀ ਗੱਲ ਕੀਤੀ ਆਪਾਂ ਚਾਹ ਦੀ, ਇਹ ਪਾਇਆ ਗਿਆ ਕਿ ਚਾਹ 'ਚ ਜਿਹੜੇ ਛੋਟੇ-ਛੋਟੇ ਉਹ ਫਾਈਟੋਕੈਮੀਕਲਸ ਨੇ, ਜਿਨ੍ਹਾਂ ਦਾ ਪੋਜ਼ਿਟਿਵ ਅਸਰ ਹੁੰਦਾ, ਜੀ, ਜੇ ਚਾਹ 'ਚ ਦੁੱਧ ਬਹੁਤ ਜ਼ਿਆਦਾ ਪਾ ਲਓ, ਜੀ। ਤੇ ਉਹ ਖਤਮ ਹੋ ਜਾਂਦਾ ਜਾਂ ਘੱਟ ਜਾਂਦਾ। ਹੂੰ, ਹੂੰ। ਸੇਮ ਵਿਦ ਕੌਫੀ। ਹੂੰ, ਹੂੰ। ਸੋ ਪਹਿਲਾਂ ਤਾਂ ਚਾਹ ਨੂੰ ਗ੍ਰੀਨ ਟੀ ਵਾਂਗੂ ਉਹਨੂੰ ਸਟੀਪ ਕਰਕੇ, ਬਹੁਤ ਜ਼ਿਆਦਾ ਕਾੜ ਕੇ ਜਾਂ ਉਬਾਲ ਕੇ, ਅਕਸਰ ਜਿਹੜੀਆਂ ਚਾਹਾਂ ਨੇ ਨਹੀਂ ਪੀਣ ਵਾਲੀਆਂ ਹੁੰਦੀਆਂ, ਉਹ ਥੋੜ੍ਹੀ ਦੇਰ ਸਟੀਪ ਕਰਨ ਵਾਲੀਆਂ ਚਾਹਾਂ ਨੇ, ਜੀ। ਗਰਮ ਪਾਣੀ 'ਚ ਪਾਉਣ ਵਾਲੀਆਂ। ਉਹਨਾਂ ਨੂੰ ਬਹੁਤ ਜ਼ਿਆਦਾ ਪਾਣੀ 'ਚ ਉਬਾਲੋਗੇ ਤੇ ਜਿਹੜੇ ਕੰਟੈਮੀਨੈਂਟਸ ਨੇ ਉਹ ਐਕਸਟਰੈਕਟ ਹੋਣੇ ਜ਼ਿਆਦਾ ਸ਼ੁਰੂ ਹੋ ਜਾਂਦੇ ਆ। ਰਾਈਟ। ਤੇ ਜਿਹੜੇ ਚੰਗੇ ਆਇਲਸ ਨੇ ਜਾਂ ਚੰਗੇ ਫਾਈਟੋਕੈਮੀਕਲਸ ਨੇ, ਉਹ ਕਈ ਵਾਰੀ ਜ਼ਿਆਦਾ ਹੀਟ ਨਾਲ ਡਿਸਟਰੋਏ ਹੋ ਜਾਂਦੇ ਆ। ਫਿਰ ਹੂੰ। ਜਦੋਂ ਚਾਹ ਪੀਂਦੇ ਆ, ਉਹਦੇ ਨਾਲ ਹੁਣ ਡੋਨਟ ਤੇ ਬਿਸਕੁਟ ਆਰਡਰ ਕੀਤੇ ਗਏ ਜਾਂ ਨਹੀਂ, ਉਹ ਬਹੁਤ ਮੈਟਰ ਕਰਦਾ। ਜੀ। ਸੋ ਜਿਹੜੀਆਂ ਬੇਵਰੇਜਸ ਨੇ ਚਾਹ ਤੇ ਕੌਫੀ, ਖਾਸ ਕਰ ਕਮਰਸ਼ੀਅਲ, ਉਹਨਾਂ ਦੇ ਵਿੱਚ ਚੰਗੀਆਂ ਚੀਜ਼ਾਂ ਨਾਲੋਂ ਸ਼ੂਗਰ ਤੇ ਫੈਟ ਦਾ ਕੰਟੈਂਟ ਬਹੁਤ ਜ਼ਿਆਦਾ ਹੋ ਜਾਂਦਾ। ਰਾਈਟ। ਸੋ ਅਕਸਰ ਜਿਹੜੀਆਂ ਕਮਰਸ਼ੀਅਲ ਕੌਫੀਜ਼ ਵੀ ਨੇ, ਜਿਹੜੀਆਂ ਬੜੀਆਂ ਪੋਪੂਲਰ ਹੋ ਜਾਂਦੀਆਂ, ਦੇਖਣ ਨੂੰ ਬੜੀਆਂ ਫੈਂਸੀ ਡਰਿੰਕਸ ਲੱਗਦੀਆਂ ਨੇ ਤੇ ਮਹਿੰਗੀਆਂ ਵੀ ਨੇ, ਹੂੰ, ਉਹਨਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਖੰਡ ਤੇ ਰੰਗ ਘੋਲ ਕੇ ਪਾਏ ਹੁੰਦੇ ਆ, ਹੂੰ। ਜੋ ਕਿ ਸਰੀਰ ਲਈ ਹਾਨੀਕਾਰਕ ਨੇ। ਡਾਕਟਰ ਸਾਹਿਬ, ਗੱਲ ਕੌਫੀ ਦੀ ਵੀ ਕਰੀਏ। ਹੁਣ ਕੌਫੀ, ਜਿਹੜੇ ਲੋਕ ਚਾਹ ਪੀਂਦੇ ਨੇ, ਕਈ ਕੌਫੀ ਨੂੰ ਵੀ ਪਸੰਦ ਕਰਦੇ ਨੇ, ਕਈਆਂ ਦਾ ਬਿਲਕੁਲ ਗਰੁੱਪ ਬਣਿਆ, ਕਹਿੰਦੇ ਕੋਈ ਕੌਫੀ ਪ੍ਰੈਫਰ ਹਾਂਜੀ, ਕਰਦੇ ਨੇ, ਚਾਹ ਨਹੀਂ, ਐਂਡ ਵਾਈਸ ਵਰਸਾ। ਹਾਂਜੀ। ਇੱਕ ਮੈਸੇਜ ਇੱਥੇ WhatsApp ਤੇ ਵੀ ਆਇਆ, ਕਹਿੰਦੇ ਜੀ ਕੌਫੀ ਵਰਕਆਊਟ ਤੋਂ ਪਹਿਲਾਂ ਪੀ ਲੈਣੀ ਚਾਹੀਦੀ ਹੈ, ਕਿਉਂਕਿ ਆਮ ਤੌਰ ਤੇ ਕਈ ਲੋਕ ਵਰਕਆਊਟ ਤੋਂ ਪਹਿਲਾਂ ਕੌਫੀ ਪੀਂਦੇ ਨੇ। ਸੋ ਇਜ਼ ਦੈਟ ਰეკਮੈਂਡਡ? ਇੰਡੀਵਿਜੂਅਲ, ਹੂੰ, ਉਹਦਾ ਮੇਰੇ ਨਿਗਾਹ 'ਚ ਕੋਈ ਨੁਕਸਾਨ ਨਹੀਂ ਹੈ ਹੂੰ, ਤੇ ਕੋਈ ਖਾਸ ਫਾਇਦਾ ਵੀ ਨਹੀਂ ਹੈ। ਹੂੰ, ਹੂੰ। ਸੋ ਇਟਸ ਅਪ ਟੂ ਯੂ। ਇਹ ਪਾਇਆ ਗਿਆ ਕਿ ਕੌਫੀ ਤੇ ਚਾਹ ਸਵੇਰ ਵਾਲੇ ਸਮੇਂ 'ਚ ਪੀਣੀ ਜ਼ਿਆਦਾ ਬਿਹਤਰ ਹੈ, ਲੇਟ ਪੀਣ ਨਾਲੋਂ, ਰਾਈਟ। ਬਿਕੋਜ਼ ਆਫ ਦਾ ਕੈਫੀਨ, ਹੂੰ, ਜਿਨ੍ਹਾਂ ਨੂੰ ਸੌਣ ਦੇ ਵਿੱਚ ਉਹਦੇ ਨਾਲ ਫ਼ਰਕ ਪੈਂਦਾ ਹੋਏ। ਨੀਂਦ ਕਈ ਵਾਰੀ ਆ ਜਾਂਦੀ ਹੈ, ਪਰ ਓਨੀ ਚੰਗੀ ਨਹੀਂ ਆਉਂਦੀ, ਹੂੰ, ਜਾਂ ਆਰਾਮ ਨਹੀਂ ਆਉਣਾ, ਡੀਪ ਸਲੀਪ ਨਹੀਂ ਆਉਂਦੀ। ਸੋ ਵਰਕਆਊਟ ਦੇ ਨਾਲ ਉਹਦਾ ਕੋਈ ਖਾਸ ਰਿਲੇਸ਼ਨ ਮੇਰੀ ਨੌਲੇਜ 'ਚ ਨਹੀਂ ਹੈਗਾ। ਹੂੰ, ਮੈਨੂੰ ਕੋਈ ਨੁਕਸਾਨ ਵੀ ਉਹਦਾ ਸਮਝ ਨਹੀਂ ਆਉਂਦਾ, ਸੋ ਪੀਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ। ਹੂੰ, ਹੂੰ, ਪਰ ਜ਼ਰੂਰ ਉਹ ਜਿਹੜਾ ਪੈਕੇਜ ਆ, ਉਹਦੇ 'ਚ ਕਰੀਮ ਕਿੰਨੀ ਪਾਈ ਗਈ ਹੂੰ। ਤੇ ਸ਼ੂਗਰ ਉਹਦੇ 'ਚ ਕਿੰਨੀ ਹੈ? ਸ਼ੂਗਰ ਕਿੰਨੀ ਪਾਈ ਗਈ। ਖਾਸ ਕਰ ਕਮਰਸ਼ੀਅਲ ਕੌਫੀਜ਼ ਦੇ ਵਿੱਚ ਇੰਨੀ ਤਰ੍ਹਾਂ ਦੇ ਸਿਰਪ ਪੈਂਦੇ ਨੇ। ਹੂੰ, ਕਈ ਲੋਕ ਜਿਹੜੇ ਕੌਫੀ ਸ਼ਾਪਸ 'ਤੇ ਕੰਮ ਕਰਦੇ ਆ ਨਾ, ਉਹ ਖੁਦ ਕਹਿੰਦੇ ਯਾਰ ਇਹ ਨਾ ਪੀਆ ਕਰੋ। ਹੂੰ, ਇਹਦੇ 'ਚ ਉਹ ਹੂੰ। ਕੁਛ ਬੜਾ ਹੀ ਸਮਾਨ ਪੈਂਦਾ ਤੇ ਕਈ ਵਾਰੀ ਉਹ ਐਕਚੁਅਲ ਰੀਅਲ ਕੌਫੀ ਹੁੰਦੀ ਵੀ ਨਹੀਂ। ਰਾਈਟ। ਕਈ ਵਾਰੀ ਇੱਕ ਉਹ ਕੈਮੀਕਲੀ ਪ੍ਰੋਸੈਸਡ ਪਾਊਡਰ ਹੀ ਹੁੰਦਾ, ਜਿਹਨੂੰ ਮਸ਼ੀਨ ਵਿੱਚ ਦੀ ਕੱਢ ਕੇ ਕੌਫੀ ਵਰਗੀ ਸ਼ਕਲ ਤੇ ਉਹੋ ਜਿਹੀ ਸਮੈਲ ਉਹਦੇ 'ਚ ਪੈਦਾ ਕੀਤੀ ਗਈ ਹੈ, ਪਰ ਉਹਦੇ 'ਚ ਰੀਅਲ ਕੌਫੀ ਕੰਟੈਂਟ ਬਹੁਤ ਘੱਟ ਹੁੰਦਾ। ਜੀ। ਸੋ ਉਸ ਚੀਜ਼ ਤੋਂ ਬਹੁਤ ਸੁਚੇਤ ਰਹਿਣਾ ਚਾਹੀਦਾ। ਇੱਕ ਡਾਕਟਰ ਸਾਹਿਬ, ਜਿਨ੍ਹਾਂ ਦਾ ਬੀਪੀ ਲੋ ਹੁੰਦਾ, ਉਹਨਾਂ ਹਾਂਜੀ। ਨੂੰ ਅਕਸਰ ਕਿਹਾ ਜਾਂਦਾ ਵੀ ਕੌਫੀ ਪੀ ਲਓ। ਜੇ ਮਾੜਾ ਮੋਟਾ ਬਲੱਡ ਪ੍ਰੈਸ਼ਰ ਲੋ ਹੁੰਦਾ ਹੋਵੇ, ਵੀ ਕੌਫੀ ਫਿਰ ਬਲੱਡ ਪ੍ਰੈਸ਼ਰ ਨੂੰ ਬੂਸਟ ਕਰਨ ਦੇ ਵਿੱਚ, ਵਧਾਉਣ ਦੇ ਵਿੱਚ ਮਦਦ ਕਰਦੀ ਹੈ ਜੀ? ਮੈਂ ਨਹੀਂ ਅਵੇਅਰ ਵੀ ਜੇ ਬਹੁਤ ਜ਼ਿਆਦਾ ਇਸ ਚੀਜ਼ 'ਤੇ ਕੋਈ ਸਟੱਡੀ ਹੋਵੇ, ਹੂੰ, ਪਰ ਓਵਰਆਲ ਕਿਹਾ ਜਾਂਦਾ ਹੈ ਕਿ ਇੱਕ ਹੈਲਦੀ ਬੰਦੇ ਲਈ, ਜਿਹਨੂੰ ਉਹਦੇ ਕੋਈ ਸਾਈਡ ਇਫੈਕਟਸ ਨਹੀਂ ਹੈਗੇ, ਉਹਨਾਂ ਲਈ ਮਾੜੀ ਨਹੀਂ ਹੈ, ਨੁਕਸਾਨਦੇਹ ਨਹੀਂ ਹੈ। ਹੂੰ, ਹੂੰ, ਪਰ ਜੇ ਕਿਸੇ ਨੇ ਕੌਫੀ ਚਾਹ ਦੇ ਵਿੱਚ ਆਪਾਂ ਫੈਟ ਬਹੁਤ ਜ਼ਿਆਦਾ ਪਾ ਲਈਏ, ਹੂੰ, ਹੂੰ। ਜਾਂ ਕਈ ਦੁੱਧ ਪੱਤੀ ਵਾਲੀ ਗੱਲ ਆ ਜਾਂਦੀ ਆ, ਹਾਂਜੀ। ਸੋ ਉਹਦੇ ਨਾਲ ਫਿਰ ਉਹ ਜਿਹੜੇ ਦੁੱਧ ਜ਼ਿਆਦਾ ਪੀਣ ਦੇ ਨੁਕਸਾਨ ਨੇ, ਜਾਂ ਫੈਟ ਕੰਟੈਂਟ ਜ਼ਿਆਦਾ ਹੋਣ ਦੇ, ਉਹ ਸਾਰੇ ਵੀ ਹੋਣੇ ਸ਼ੁਰੂ ਹੋ ਜਾਂਦੇ। ਅੱਛਾ, ਇਹ ਗੱਲ ਇੱਕ ਸਹੀ ਹੈ ਡਾਕਟਰ ਸਾਹਿਬ, ਵੀ ਕਈ ਵਾਰੀ ਅਸੀਂ ਕੌਫੀ ਇੰਨੀ ਜ਼ਿਆਦਾ ਪੀ ਲੈਂਦੇ ਹਾਂ ਤੇ ਫਿਰ ਬੰਦਾ ਪਾਣੀ ਘੱਟ ਪੀਂਦਾ, ਹਾਂਜੀ। ਤੇ ਪਾਣੀ ਦਾ ਸਬਸਟੀਚਿਊਟ ਨਹੀਂ ਹੈ ਚਾਹ ਤੇ ਕੌਫੀ। ਪਾਣੀ ਦਾ ਸਬਸਟੀਚਿਊਟ ਨਹੀਂ ਹੈ ਵੈਸੇ, ਪਰ ਬੜੀ ਇੰਟਰਸਟਿੰਗ ਰਿਸਰਚ ਹੈ ਕਿ ਇੱਕ ਵਾਰੀ ਇਹ ਦੇਖਿਆ ਗਿਆ ਕਿ ਡੀਹਾਈਡਰੇਟਿੰਗ ਆ ਜਾਂ ਨਹੀਂ। ਹੂੰ, ਹੂੰ, ਹੂੰ। ਕਈ ਲੋਕ ਕਈ ਚੀਜ਼ਾਂ ਡਾਇਓਰੈਟਿਕ ਨੇ, ਤੁਸੀਂ ਜੀ। ਵਾਸ਼ਰੂਮ ਜ਼ਿਆਦਾ ਜਾਂਦੇ ਹੋ, ਹੈ ਨਾ? ਰਾਈਟ। ਪਰ ਇਹ ਪਾਇਆ ਗਿਆ ਕਿ ਜਿਹੜੀ ਟੀ ਹੈ, ਸਪੈਸ਼ਲੀ ਗ੍ਰੀਨ ਟੀ, ਉਹ ਡਾਇਓਰੈਟਿਕ ਨਹੀਂ ਆ। ਓਕੇ। ਜੇ ਤੁਸੀਂ ਪਾਣੀ ਪੀਤਾ ਜਾਂ ਗ੍ਰੀਨ ਟੀ ਪੀਤੀ ਆ, ਤੁਹਾਡੀ ਬਾਡੀ ਵਾਟਰ ਓਨਾ ਹੀ ਰਿਟੇਨ ਕਰਦੀ ਆ। ਅੱਛਾ ਜੀ। ਪਰ ਹਾਂ, ਪਾਣੀ ਦਾ ਸਬਸਟੀਚਿਊਟ ਨਹੀਂ ਆ। ਪਾਣੀ ਪੀਣ ਦੀ ਇੱਕ ਆਪਣੀ ਅਹਿਮੀਅਤ ਹੈ, ਹੂੰ। ਤੇ ਜਦੋਂ ਪਿਆਸ ਲੱਗੀ ਹੋਏ, ਉਦੋਂ ਸਭ ਤੋਂ ਪਹਿਲਾਂ ਪਾਣੀ ਹੀ ਪੀਣਾ ਚਾਹੀਦਾ। ਜੀ। ਡਾਕਟਰ ਸਾਹਿਬ, ਹੋਰ ਵੀ ਇਹਦੇ ਨਾਲ ਕਈ ਗੱਲਾਂ ਜੁੜਦੀਆਂ ਨੇ। ਜਿਹੜੀ ਕੌਫੀ ਦੀਆਂ ਵੀ ਕਿਸਮਾਂ ਨੇ, ਹਾਂਜੀ। ਜਿਵੇਂ ਚਾਹ ਦੀ ਤਾਂ ਕਿਸਮਾਂ ਕਈ ਹੁੰਦੀਆਂ ਨਾ, ਜਿਵੇਂ ਤੁਸੀਂ ਕੁਝ ਜ਼ਿਕਰ ਵੀ ਕੀਤਾ, ਪਰ ਕੌਫੀ ਦੀਆਂ ਕਿਹੜੀਆਂ ਵੱਖੋ ਵੱਖਰੀਆਂ ਇਹਦੀਆਂ ਵੀ ਟਾਈਪਸ ਹੈਗੀਆਂ ਨੇ ਜੀ? ਸੋ ਕੌਫੀ ਦੇ ਵਿੱਚ ਇੱਕ ਤਾਂ ਆਰਗੈਨਿਕ, ਫੇਅਰ ਟ੍ਰੇਡ ਤੇ ਇੱਕ ਰੈਗੂਲਰ ਕੌਫੀ ਹੈ। ਹੂੰ, ਜਿਹਦੇ ਵਿੱਚ ਫੇਅਰ ਟ੍ਰੇਡ ਦਾ ਮਤਲਬ ਇਹ ਹੈ ਕਿ ਜਿਹੜੇ ਕੰਮ ਕਰਦੇ ਨੇ ਪਲਾਂਟੇਸ਼ਨਸ 'ਤੇ, ਉਹਨਾਂ ਨੂੰ
ਉਹ ਸਲੇਵਰੀ ਵਰਗਾ ਵਤੀਰਾ ਨਹੀਂ ਕੀਤਾ ਜਾਂਦਾ। ਹੂੰ, ਹੂੰ। ਸੋ ਕੌਫੀ ਪਿੱਛੇ ਬਹੁਤ ਸਲੇਵਰੀ ਹੋਈ, ਮਨੁੱਖਤਾ ਦਾ ਬੜਾ ਘਾਣ ਹੋਇਆ ਜੀ, ਉਹਦੇ ਟਰੇਡ ਕਰਕੇ। ਜੀ। ਸੋ ਫੇਅਰ ਟਰੇਡ ਜਿੱਥੇ ਲਿਖਿਆ ਹੁੰਦਾ ਉਹ ਇੱਕ ਉਸ ਚੀਜ਼ ਦੀ ਨਿਸ਼ਾਨੀ ਹੈ ਕਿ ਇਹਨਾਂ ਨੂੰ ਸਹੀ ਤਨਖਾਹ ਦਿੱਤੀ ਗਈ, ਰਹਿਣ ਦੀਆਂ ਸਿਚੁਏਸ਼ਨਸ ਵਧੀਆ ਸੀ ਇਹਨਾਂ ਦੀਆਂ। ਸੈਕੰਡਲੀ ਆਰਗੈਨਿਕ ਦੇ ਵਿੱਚ ਪੈਸਟੀਸਾਈਡਸ ਘੱਟ ਹੋਣਗੇ, ਹੂੰ, ਹੂੰ। ਸੋ ਕੰਟੈਮੀਨੈਂਟਸ ਦੀ ਮਾਤਰਾ ਘੱਟ ਹੋਊਗੀ। ਪਰ ਜਿੱਦਾਂ ਆਪਾਂ ਲੈਡ ਜਾਂ ਹੈਵੀ ਮੈਟਲਸ ਦੀ ਗੱਲ ਕੀਤੀ, ਉਹ ਐਕਚੁਅਲੀ ਆਰਗੈਨਿਕ ਵਿੱਚ ਵੀ ਪਾਏ ਜਾਂਦੇ ਨੇ, ਕਿਉਂਕਿ ਹੂੰ, ਹੂੰ। ਲੈਡ ਸੋਇਲ 'ਚੋਂ ਆਉਂਦਾ, ਉਹ ਪੈਸਟੀਸਾਈਡ ਨਹੀਂ ਹੈਗਾ। ਰਾਈਟ। ਸੋ ਜੇ ਮਿੱਟੀ ਦੀ ਕੁਆਲਿਟੀ ਕੁਛ ਇਸ ਤਰ੍ਹਾਂ ਦੀ ਆ ਕਿ ਉਹਦੇ 'ਚ ਹੈਵੀ ਮੈਟਲਸ ਜ਼ਿਆਦਾ ਨੇ, ਉਹ ਆਰਗੈਨਿਕਸ ਵੀ ਹੋ ਸਕਦੇ ਆ। ਹੂੰ, ਫਿਰ ਕੌਫੀ ਬਣਾਉਣ ਦੇ ਤਰੀਕੇ ਬੜੇ ਵੱਖ-ਵੱਖ ਨੇ। ਇੱਕ ਫਰੈਂਚ ਪ੍ਰੈਸ ਆ, ਜਿਹਦੇ 'ਚ ਕੌਫੀ ਬੀਨਸ ਨੂੰ ਪ੍ਰੈਸ ਕੀਤਾ ਜਾਂਦਾ। ਇੱਕ ਫਿਲਟਰ ਕੌਫੀ ਆ, ਹੂੰ, ਜਿਹੜਾ ਹੂੰ। ਪੇਪਰ ਫਿਲਟਰ ਜੋ ਡ੍ਰਿਪ ਕੌਫੀ ਕਹਿੰਦੇ ਨੇ ਜਿਹਨੂੰ। ਫਿਰ ਇੱਕ ਐਸਪ੍ਰੈਸੋ ਸ਼ਾਟ ਆ, ਜੀ। ਜਿਸ 'ਚ ਹਾਈ ਪ੍ਰੈਸ਼ਰ ਨਾਲ ਕੌਫੀ ਐਕਸਟਰੈਕਟ ਕੀਤੀ ਜਾਂਦੀ ਆ। ਤੇ ਇੱਕ ਪੰਜਾਬੀ ਜਾਂ ਗ੍ਰੀਕ ਸਟਾਈਲ ਵੀ ਆ ਕੌਫੀ ਦਾ, ਜਿਸ 'ਚ ਉਬਾਲੀ ਜਾਂਦੀ ਆ ਉਹ ਹੂੰ, ਹੂੰ। ਪਾਣੀ 'ਚ। ਜੀ। ਸੋ ਜਿਹੜੀ ਫਿਲਟਰ ਕੌਫੀ ਆ, ਉਹਨੂੰ ਸਭ ਤੋਂ ਜ਼ਿਆਦਾ ਹੈਲਦੀਐਸਟ ਮੰਨਿਆ ਗਿਆ। ਹੂੰ, ਹੂੰ। ਤੇ ਉਹਦਾ ਕਾਰਨ ਬੜਾ ਇੰਟਰਸਟਿੰਗ ਆ ਕਿ ਜਿਹੜਾ ਫਿਲਟਰ ਪੇਪਰ ਹੁੰਦਾ ਹੈ ਨਾ, ਉਹ ਕੁਛ ਆਇਲਸ ਅਬਜ਼ੌਰਬ ਕਰ ਲੈਂਦਾ। ਅੱਛਾ ਜੀ। ਸੋ ਉਹਦੇ ਕਰਕੇ ਕਹਿੰਦੇ ਕਿ ਉਹ ਜਿਹੜੇ ਕੁਛ ਕੰਟੈਮੀਨੈਂਟਸ ਸੀਗੇ ਉਹ ਫਿਲਟਰ ਪੇਪਰ 'ਚ ਅਬਜ਼ੌਰਬ ਹੋ ਜਾਂਦੇ ਨੇ। ਸੋ ਦੈਟਸ ਵਾਈ ਉਹ ਥੋੜ੍ਹੀ ਜਿਹੀ ਬਿਹਤਰ ਆ। ਓਹ ਅੱਛਾ ਜੀ। ਪਰ ਇੱਕ ਉਹਦੀ ਰੋਸਟਿੰਗ 'ਤੇ ਡਿਪੈਂਡ ਕਰਦਾ, ਡਾਰਕ ਰੋਸਟ, ਲਾਈਟ ਹਾਂਜੀ, ਰੋਸਟ। ਸੱਚ ਉਹ ਵੀ ਕਿੰਨੇ ਹੁੰਦੇ ਨੇ, ਯੈਸ। ਹਾਂਜੀ, ਸੋ ਉਹ ਕੌਫੀ ਦੀ ਪ੍ਰੋਸੈਸਿੰਗ ਆ। ਹੂੰ, ਜਿਹੜੀ ਡਾਰਕ ਰੋਸਟ ਕੌਫੀ ਆ, ਉਹਨੂੰ ਜ਼ਿਆਦਾ ਪ੍ਰੋਸੈਸ ਕੀਤਾ ਗਿਆ ਤੇ ਉਹਦੇ 'ਚ ਕਈ ਵਾਰੀ ਕੈਫੀਨ ਕੰਟੈਂਟ ਓਨਾ ਹੀ ਹੁੰਦਾ ਜਾਂ ਥੋੜ੍ਹਾ ਜਿਹਾ ਘੱਟ ਹੁੰਦਾ, ਪਰ ਜਿਹੜੇ ਬੈਨੀਫੀਸ਼ੀਅਲ ਚੀਜ਼ਾਂ ਨੇ, ਉਹ ਘੱਟ ਜਾਂਦੀਆਂ। ਜਿਹੜੇ ਹੂੰ। ਚੰਗੇ ਆਇਲਸ ਜਾਂ ਚੰਗੇ ਫਾਈਟੋਕੈਮੀਕਲਸ ਨੇ ਤੇ ਜਿਹੜੀ ਲਾਈਟਲੀ ਰੋਸਟਡ ਆ, ਜਿੰਨੀ ਘੱਟ ਪ੍ਰੋਸੈਸਡ ਆ, ਓਨੀ ਬਿਹਤਰ ਆ ਸਿਹਤ ਵਾਸਤੇ। ਅੱਛਾ, ਹੁਣ ਇੱਕ ਨਾ ਇੱਕ ਕੁਐਸਚਨ ਆਇਆ WhatsApp ਤੇ, ਆਈ ਥਿੰਕ ਇਹ ਬੜਾ ਆਮ ਤੌਰ ਤੇ ਇਹ ਸਵਾਲ ਉੱਠਦਾ ਹੈ ਤੇ ਇਹਦਾ ਸਟੀਕ ਜਵਾਬ ਦੇਣਾ ਆਈ ਥਿੰਕ ਬੜਾ ਮੁਸ਼ਕਲ ਹੋਏਗਾ ਵੀ ਇੱਕ ਦਿਨ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈਲਥੀ ਆ, ਉਹ ਕਿੰਨੇ ਕੱਪ ਚਾਹ ਜਾਂ ਕੌਫੀ ਦੇ ਪੀ ਸਕਦਾ ਵਿਦਆਊਟ ਵਰਿੰਗ ਅਬਾਊਟ ਐਨੀਥਿੰਗ? ਸੋ ਅਗੇਨ ਕੌਫੀ ਤੇ ਚਾਹ ਦੀ ਕੁਆਲਿਟੀ 'ਤੇ ਡਿਪੈਂਡ ਕਰਦਾ, ਜੀ, ਪਰ ਇਸ ਬਾਰੇ ਵੀ ਸਟੱਡੀਜ਼ ਹੋਈਆਂ ਨੇ। ਜੀ। ਸੋ ਜਿਹੜੀ ਚੰਗੀ ਨਾਨ ਕੰਟੈਮੀਨੈਂਟ ਕੌਫੀ ਚਾਹ ਹੈ, ਉਹ ਕਿਹਾ ਜਾਂਦਾ ਕਿ ਅਪ ਟੂ 3 ਕੱਪਸ ਇਜ਼ ਫਾਈਨ, ਅਪ ਟੂ 3 ਇਜ਼ ਫਾਈਨ। ਅਪ ਟੂ 3 ਇਜ਼ ਫਾਈਨ। ਓਕੇ। ਪਰ ਬੱਚਿਆਂ ਵਾਸਤੇ ਨਹੀਂ। ਬੱਚੇ ਹੂੰ। ਬਿਹਤਰ ਆ ਨਾ ਪੀਣ, ਤੇ ਜੇ ਚਾਹ ਪੀਂਦੇ ਨੇ ਤੇ ਮੈਕਸਿਮਮ 1 ਕੱਪ। ਡਾਕਟਰ ਸਾਹਿਬ, ਦੈਟਸ ਅ ਗੁੱਡ ਪੁਆਇੰਟ। ਸੋ ਵਾਟਸ ਦੀ ਏਜ? ਕਦੋਂ ਕੁ ਸ਼ੁਰੂ ਕਰ ਦਿਓ? ਸੋ ਬੱਚਾ ਕਿਹੜੀ ਏਜ ਤੱਕ ਉਹ ਬਚਪਨ ਮੰਨਿਆ ਜਾਵੇ? ਸੋ ਇਹ ਬੜਾ ਇੰਟਰਸਟਿੰਗ ਸਵਾਲ ਹੈ। ਅਗੇਨ ਇਟਸ ਹਮ, ਇੰਡੀਵਿਜੂਅਲ। ਜੀ, ਗ੍ਰੀਨ ਟੀਜ਼ ਪ੍ਰੋਬੇਬਲੀ ਪਹਿਲਾਂ ਵੀ ਪੀਣੀ ਸ਼ੁਰੂ ਕਰ ਸਕਦੇ ਨੇ, ਹੈ ਨਾ? ਪਰ 14-15 ਸਾਲ ਦੀ ਉਮਰ ਤੱਕ ਪਰਹੇਜ਼ ਕਰਨਾ ਹੂੰ, ਚੰਗੀ ਗੱਲ ਆ। ਸੈਕੰਡ ਵਿਜੇ ਪ੍ਰੈਗਨੈਂਸੀ ਦੇ ਵਿੱਚ ਬਹੁਤ ਇੰਪੋਰਟੈਂਟ ਆ, ਹੂੰ, ਸਪੈਸ਼ਲੀ ਜੇ ਮਾੜਾ ਜਿਹਾ ਸ਼ੱਕ ਵੀ ਹੋਵੇ ਕਿ ਇਸ ਕੌਫੀ ਜਾਂ ਚਾਹ 'ਚ ਹੈਵੀ ਮੈਟਲਸ ਦੀ ਮਾਤਰਾ ਵੱਧ ਹੋ ਸਕਦੀ ਆ, ਜੀ, ਤੇ ਉਹ ਬਿਲਕੁਲ ਅਵੋਇਡ ਕਰਨੀ ਚਾਹੀਦੀ ਆ। ਜੀ। ਡਾਕਟਰ ਸਾਹਿਬ, ਹੁਣ ਮੈਸੇजेस ਤੇ ਕੁਝ ਸੁਣਨ ਵਾਲਿਆਂ ਦੇ ਕੁਐਸਚਨਸ ਇਹ ਆ ਰਹੇ ਨੇ ਕਿ ਫਿਰ ਜਿਹੜੀ ਚੰਗੀ ਚਾਹ ਹੈ, ਆਫ ਹਾਂਜੀ। ਕੋਰਸ ਹੁਣ ਬ੍ਰਾਂਡਸ ਦਾ ਤਾਂ ਨਾਮ ਬੰਦਾ, ਕਿੰਨੇ ਅਥਾਹ ਬ੍ਰਾਂਡਸ ਨੇ, ਇਟਸ ਡਿਫਿਕਲਟ ਟੂ ਗੈਟ ਇਨਟੂ ਦੈਟ ਡਿਸਕਸ਼ਨ, ਪਰ ਚੰਗੇ ਸੋਰਸਿਸ ਕਿਹੜੇ-ਕਿਹੜੇ ਨੇ? ਕੋਈ ਮੁਲਕ ਦੇ ਕੁਝ ਅਜਿਹੇ ਕੁਝ ਦੁਨੀਆ ਦੇ ਵਿੱਚ ਅਜਿਹੇ ਮੁਲਕ ਹੈਗੇ ਨੇ ਜਿਨ੍ਹਾਂ ਦੀ ਚਾਹ ਨੂੰ ਜ਼ਿਆਦਾ ਬਿਹਤਰ ਮੰਨਿਆ ਜਾਂਦਾ? ਬਿਲਕੁਲ ਵਜੇ ਕੁਛ ਇੱਕ ਜਗ੍ਹਾ ਦੀ ਜਿੱਦਾਂ ਮਿੱਟੀ ਕਹਿੰਦੇ ਆ ਹੂੰ, ਕਿ ਮਿੱਟੀ ਦੇ ਵਿੱਚ ਕੰਟੈਮੀਨੈਂਟਸ ਜ਼ਿਆਦਾ ਹੁੰਦੇ ਨੇ। ਹੂੰ, ਸੋ ਇਹ ਪਾਇਆ ਗਿਆ ਕਿ ਜਿਹੜੀ ਜਾਪਾਨ ਦੀ ਚਾਹ ਹੈ, ਜੀ, ਸਪੈਸ਼ਲੀ ਜਾਪਾਨ 'ਚ ਇੱਕ ਮਾਚਾ ਟੀ ਹੁੰਦੀ ਹੈ, ਹਾਂਜੀ, ਜਿਹੜੀ ਬੜੀ ਮੈਡੀਸਨਲ ਮੰਨੀ ਜਾਂਦੀ ਹੈ, ਉਹ ਬੜੀ ਵਧੀਆ ਹੈ। ਹੂੰ, ਸੋ ਹੂੰ, ਜੈਪਨੀਜ਼ ਟੀ ਅਕਸਰ ਵਧੀਆ ਪਾਈਆਂ ਗਈਆਂ ਨੇ। ਈਵਨ ਇੰਡੀਆ ਦੇ ਵਿੱਚ ਜਿਹੜਾ ਅਸਾਮ, ਦਾਰਜਲਿੰਗ ਵਾਲਾ ਏਰੀਆ ਹੈ, ਉੱਥੇ ਚਾਹ ਬਹੁਤ ਹੁੰਦੀ ਹੈ। ਜੀ, ਸਿੱਕਮ ਦੇ ਵਿੱਚ ਉਹ ਟੀ ਪਲਾਂਟੇਸ਼ਨਸ ਚੰਗੀਆਂ ਮੰਨੀਆਂ ਜਾਂਦੀਆਂ ਨੇ। ਹੂੰ, ਹੂੰ, ਉਹ ਏਰੀਆ ਬੜਾ, ਸਿੱਕਮ ਆਈ ਥਿੰਕ ਹਿੰਦੁਸਤਾਨ ਦੀ ਇੱਕੋ ਇੱਕ ਸਟੇਟ ਹੈ ਐਸੀ ਜਿਹੜੀ ਫੁੱਲੀ ਆਰਗੈਨਿਕ ਹੋ ਗਈ ਹੈ। ਸੋ ਹੂੰ, ਆਰਗੈਨਿਕ, ਫੇਅਰ ਟਰੇਡ, ਚੰਗੀ ਜਗ੍ਹਾ ਤੋਂ ਆਈ ਹੋਈ ਚਾਹ, ਜਿਹਦੇ 'ਚ ਤੁਸੀਂ ਅਕਸਰ ਵਿਜੇ ਤੇ ਚਾਹ ਦਾ ਆਪਾਂ ਉਹ ਪੁੜੀ ਖੋਲ੍ਹੀ ਹੈ ਨਾ, ਹੂੰ, ਤੇ ਉਹਨੂੰ ਖੋਲ੍ਹ ਕੇ ਖੁੱਲੀ ਪੱਤੀ ਜਿਹਨੂੰ ਕਹਿੰਦੇ ਆ, ਹਾਂਜੀ, ਪਾਣੀ 'ਚ ਪਾ ਦਈਏ, ਕਈ ਵਾਰੀ ਉਹਦੇ ਲੀਵਸ ਖੁੱਲ੍ਹ ਜਾਂਦੇ ਨੇ। ਹਾਂਜੀ, ਸੋ ਜਦੋਂ ਉਹ ਲੀਵਸ ਖੁੱਲ੍ਹ ਜਾਂਦੇ ਆ, ਉਹ ਅਕਸਰ ਚੰਗੀ ਚਾਹ ਹੁੰਦੀ ਆ। ਉਹ ਮਤਲਬ ਹੂੰ, ਉਹਨੂੰ ਘੱਟ ਪ੍ਰੋਸੈਸ ਕੀਤਾ ਗਿਆ। ਜੀ। ਕੁਇਕਲੀ ਗੱਲ ਕਰੀਏ ਜੂਸਿਸ ਬਾਰੇ। ਹਾਂਜੀ। ਹੁਣ ਇੱਕ ਵਿਦ ਪਲਪ ਤੇ ਵਿਦਆਊਟ ਪਲਪ ਆਹ ਜੂਸ, ਇਹ ਕੀ ਫ਼ਰਕ ਹੈ ਇਹਦਾ? ਸੋ ਦੋਨੋਂ ਹੀ ਮਾੜੇ ਨੇ। ਓਕੇ। ਸੋ ਜੂਸ ਇੱਕ ਕੁਦਰਤੀ ਤਰੀਕਾ ਨਹੀਂ ਹੈਗਾ ਫਰੂਟ ਖਾਣ ਦਾ ਜਾਂ ਫਰੂਟ ਦੇ ਬੈਨੀਫਿਟ ਲੈਣ ਦਾ। ਜੀ, ਸੋ ਫਰੂਟ ਜੂਸਿਸ ਤੋਂ ਸਪੈਸ਼ਲੀ ਜਿਹੜੇ ਡੱਬਿਆਂ 'ਚ ਬੰਦ ਹੋ ਕੇ ਆਉਂਦੇ ਆ, ਪਰਹੇਜ਼ ਕਰਨਾ ਚਾਹੀਦਾ। ਹੂੰ, ਵਿਦ ਪਲਪ, ਐਡਡ ਵਿਟਾਮਿਨ ਸੀ, ਗੁੱਡ ਫॉर ਹਾਰਟ, ਇਹ ਸਾਰੇ ਮਾਰਕੀਟਿੰਗ ਮੇਡ ਫਰੋਮ ਦੇ, ਕਨਸੈਂਟਰੇਟ। ਬਿਲਕੁਲ ਇਹ ਸਭ ਮਾਰਕੀਟਿੰਗ ਦੇ ਤਰੀਕੇ ਨੇ, ਤੁਹਾਨੂੰ ਭੁਲੇਖਾ ਪਾਉਣ ਲਈ ਮਨ ਨੂੰ ਕਿ ਸ਼ਾਇਦ ਇਹਦੇ 'ਚ ਕੋਈ ਚੰਗੀ ਚੀਜ਼ ਆ। ਹੂੰ, ਪਰ ਫਰੂਟ ਖਾਣਾ 1000 ਦਰਜੇ ਬਿਹਤਰ ਹੈ
ਫਰੂਟ ਖਾਣ ਦਾ ਕੋਈ ਨੁਕਸਾਨ ਨਹੀਂ, ਜੀ, ਪਰ ਫਰੂਟ ਦਾ ਜੂਸ ਪੀਣਾ। ਸੋ ਕੁਦਰਤ ਨੇ ਫਰੂਟ 'ਚ ਜੂਸ ਜਿਹੜੀ ਮਿਠਾਸ ਆ, ਉਹ ਪਾਈ ਸੀ ਤਾਂ ਕਿ ਉਹਦੇ ਲਾਲਚ ਲਈ ਅਸੀਂ ਬਾਕੀ ਚੀਜ਼ਾਂ ਖਾ ਲਈਏ। ਜੀ। ਤੇ ਜੂਸ ਕੱਢਣ ਲੱਗਿਆਂ ਆਪਾਂ ਬਾਕੀ ਚੀਜ਼ਾਂ ਕੱਢ ਕੇ ਸੁੱਟ ਦਿੰਦੇ ਹਾਂ ਤੇ ਇਕੱਲੀ ਸ਼ੂਗਰ ਪੀ ਲੈਂਦੇ ਹਾਂ। ਸੋ ਹੂੰ। 100% ਸ਼ੂਗਰ ਹੀ ਹੈ, ਉਹਦਾ ਕੋਈ ਬੈਨੀਫੀਸ਼ੀਅਲ ਇਫੈਕਟ ਨਹੀਂ ਆਉਂਦਾ। ਜੀ, ਤੇ ਜਿਹੜੇ ਪੌਪਸ ਵਗੈਰਾ ਹੈਗੇ ਨੇ ਉਹ ਤਾਂ ਪਤਾ ਹੀ ਹੈ, ਤੁਸੀਂ ਦੱਸਿਆ ਸੀ ਵੀ ਸੈਚੂਰੇਟਿਡ ਉਹਦੇ 'ਚ ਇੰਨੀ ਜ਼ਿਆਦਾ ਸ਼ੂਗਰ ਪਾਈ ਹੋਈ ਆ, ਬਿਲਕੁਲ ਵਿਜੇ, ਸੁਪਰ ਸੈਚੂਰੇਟਿਡ। ਸੁਪਰ ਸੈਚੂਰੇਟਿਡ। ਸੋ ਜਿਹੜੇ ਪੌਪਸ ਨੇ ਉਹਨਾਂ ਦੇ ਵਿੱਚ ਕਈ ਵਾਰੀ ਸਾਲਟ ਤੇ ਸ਼ੂਗਰ ਦੋਨੋਂ ਹੁੰਦੀਆਂ ਨੇ। ਜੀ, ਤੇ ਸਾਲਟ ਤਾਂ ਹੁੰਦਾ ਕਿ ਉਹ ਆਪਣੀ ਜੀਭ ਨੂੰ ਚੰਗਾ ਲੱਗੇ। ਜੀ। ਸੋ ਡਾਇਊਰੈਟਿਕਸ ਦੀ ਗੱਲ ਕਰਦੇ ਸੀ ਆਪਾਂ। ਕਈ ਵਾਰੀ ਜਦੋਂ ਪੌਪ ਪੀਤਾ ਜਾਂਦਾ ਜਾਂ ਈਵਨ ਬੱਚਿਆਂ ਨੂੰ ਇਹ ਨੋਟ ਕੀਤਾ ਗਿਆ ਕਿ ਉਹਨਾਂ ਨੂੰ ਖਾਣੇ ਤੋਂ ਪਹਿਲਾਂ ਕੋਈ ਸੌਫਟ ਡਰਿੰਕ ਜਿਹਨੂੰ ਕਹਿੰਦੇ ਉਹ ਹੂੰ, ਪਿਆ ਦਿਓ। ਜੀ, ਤੇ ਉਹ ਜ਼ਿਆਦਾ ਖਾਣਾ ਖਾਂਦੇ ਆ। ਹੂੰ, ਪੀਜ਼ੇ ਨਾਲ ਅਕਸਰ ਕੋਕ 7 ਅਪ ਪੀਤਾ ਜਾਂਦਾ। ਯੈਸ, ਗਲਾ ਮੂੰਹ ਸੁੱਕਦਾ ਤੇ ਜੀ, ਉਹ ਕਹਿੰਦੇ ਵੀ ਉੱਦਾਂ ਇਹ ਲੰਘਣਾ ਨਹੀਂ। ਕਈ ਇਹ ਵੀ ਕਹਿੰਦੇ ਯਾਰ ਇਹ ਉੱਦਾਂ ਹਜਮ ਨਹੀਂ ਹੋਣਾ। ਰਾਈਟ। ਇਹਨੂੰ ਇਹ ਗੱਲ ਯੂ ਆਰ ਰਾਈਟ, ਯੈਸ। ਇਹਨੂੰ ਪਚਾਉਣ ਵਾਸਤੇ ਕੋਈ ਹੋਰ ਕੈਮੀਕਲ, ਕੋਈ ਐਸਿਡ ਪਾਉਣੇ ਪੈਣੇ ਨੇ। ਸੋ ਐਸਾ ਖਾਣਾ ਖਾਣਾ ਹੀ ਕਿਉਂ ਆ, ਜਿਹੜਾ ਹੂੰ, ਤੁਹਾਡਾ ਸਰੀਰ ਹਜਮ ਨਹੀਂ ਕਰ ਸਕਦਾ। ਹੂੰ, ਸੋ ਜਿਹੜੇ ਪੌਪਸ ਨੇ ਇਹਨਾਂ ਦਾ ਹੈਲਥ 'ਤੇ ਬਹੁਤ ਮਾੜਾ ਇਫੈਕਟ ਆ, ਖਾਸ ਜੀ, ਕਰ ਬੱਚਿਆਂ 'ਤੇ। ਜੀ, ਤੇ ਅਕਸਰ ਇੱਕ ਨਾ ਹੈਲਥ ਕੈਨੇਡਾ ਨੇ ਸਟੱਡੀ ਕੀਤੀ ਸੀ ਕੁਝ ਸਾਲ ਪਹਿਲਾਂ। ਉਹਨਾਂ ਨੇ 2001 ਤੋਂ 2015 ਤੱਕ ਦੇ ਸਮੇਂ 'ਚ ਇਹ ਅਨੁਮਾਨ ਲਾਏ ਕਿ ਕਿੰਨਾ ਕੁ ਵਿਕਦਾ ਹੈ, ਕਿੰਨੀ ਵਿਕਰੀ ਵਧੀ, ਹੂੰ, ਹੂੰ, ਇਹਦੇ ਹੈਲਥ ਇਫੈਕਟ ਕੀ ਨੇ। ਹੂੰ, ਤੇ ਉਸ ਸਟੱਡੀ ਦੇ ਨਤੀਜੇ ਇਹ ਨਿਕਲੇ ਕਿ ਅਗਲੇ 25 ਸਾਲਾਂ 'ਚ ਮਿਲੀਅਨ ਤੋਂ ਵੀ ਵੱਧ ਕੇਸ ਟਾਈਪ 2 ਡਾਇਬੀਟੀਜ਼ ਦੇ ਕਹਿੰਦੇ ਅਸੀਂ ਪੌਪ ਨੂੰ ਐਟਰੀਬਿਊਟ ਕਰ ਸਕਦੇ ਹਾਂ। ਮੋਰ ਦੈਨ 1 ਮਿਲੀਅਨ। ਮੋਰ ਦੈਨ 1 ਮਿਲੀਅਨ। ਤੇ 300,000 ਦੇ ਕਰੀਬ ਜਿਹੜਾ ਹਾਰਟ ਡਿਜ਼ੀਜ਼ ਆ ਉਹਦੇ ਕੇਸ। ਜੀ, ਸੋ ਹਾਰਟ ਡਿਜ਼ੀਜ਼, ਟਾਈਪ 2 ਡਾਇਬੀਟੀਜ਼, ਈਵਨ ਕੈਂਸਰ ਦਾ ਰਿਸਕ, ਜਿਹੜੀਆਂ ਇਹ ਡਰਿੰਕਸ ਨੇ, ਸੈਚੂਰੇਟਿਡ ਡਰਿੰਕਸ, ਇਹਨਾਂ 'ਚ ਕਈ ਕਲਰਿੰਗਸ ਵੀ ਹੁੰਦੀਆਂ। ਜੀ, ਸੋ ਬੜੀ ਇੰਟਰਸਟਿੰਗ ਗੱਲ ਹੈ ਵਿੱਚ ਕਿ ਜਿਹੜੇ ਕੈਰਾਮਲ ਕਲਰਿੰਗ ਹੁੰਦੀ ਆ, ਹਾਂਜੀ, ਜਿਹੜੀ ਡਰਿੰਕਸ ਨੂੰ ਉਹ ਰੰਗ ਦਿੰਦੀ ਆ, ਹਾਂਜੀ, ਜਿਹੜਾ ਬਰਾਊਨ ਜਿਹਾ ਰੰਗ ਹੁੰਦਾ ਹੈ ਨਾ। ਕੈਲੀਫੋਰਨੀਆ ਦੇ ਵਿੱਚ ਇੱਕ ਲਾਅ ਹੈ, ਹੂੰ, ਉਹਨੂੰ ਪ੍ਰੋਪ 56 ਕਹਿੰਦੇ ਨੇ ਆਈ ਥਿੰਕ। ਅੱਛਾ ਜੀ, ਉਹ ਲਿਮਿਟ ਕਰਦਾ ਕਿ ਉਹਦੀ ਹਾਈਐਸਟ ਅਮਾਊਂਟ ਕਿੰਨਾ ਹੋ ਸਕਦਾ। ਅੱਛਾ ਜੀ, ਸੋ ਜਿਹੜਾ ਕੋਕ ਕੈਲੀਫੋਰਨੀਆ 'ਚ ਵਿਕਦਾ ਤੇ ਜਿਹੜਾ ਨਿਊਯਾਰਕ 'ਚ ਵਿਕਦਾ, ਉਹਦੇ ਅਮਾਊਂਟ 'ਚ ਫਰਕ ਆ। ਅੱਛਾ ਜੀ, ਉਹ ਆਲ ਓਵਰ ਦਾ ਕੰਟਰੀ, ਅਮਰੀਕਾ ਦੀ ਜੇ ਗੱਲ ਕਰੀਏ ਤੇ ਉਹ ਸੇਮ ਨਹੀਂ ਹੈਗਾ। ਸੇਮ ਨਹੀਂ ਆ। ਰੈਗੂਲੇਸ਼ਨ ਦੇ ਹਿਸਾਬ ਨਾਲ ਕੰਪਨੀ ਬਦਲ ਦਿੰਦੀ ਹੈ ਕਿ ਇੱਥੇ ਅਲਾਉਡ ਹੈ, ਇੱਥੇ ਨਹੀਂ ਹੂੰ, ਅਲਾਉਡ। ਹੂੰ, ਫਿਰ ਉਹਨਾਂ ਦੇ ਵਿੱਚ ਜਿੰਨੀ ਖੰਡ ਹੁੰਦੀ ਹੈ, 7 ਤੋਂ 10 ਚਮਚੇ ਇੱਕ ਗਲਾਸ ਦੇ ਵਿੱਚ। ਕਈ ਵਾਰੀ ਘੋਲਣੇ ਮੁਸ਼ਕਲ ਹੋ ਜਾਣਗੇ ਜੇ ਆਪਾਂ ਘੋਲਣ ਦੀ ਕੋਸ਼ਿਸ਼ ਕਰੀਏ। ਜੀ, ਉਹਦਾ ਬੱਚਿਆਂ 'ਤੇ ਖਾਸ ਕਰਕੇ, ਤੇ ਯੂਥ ਇਹਦਾ ਸਭ ਤੋਂ ਵੱਧ ਵੱਡਾ ਕੰਜ਼ਿਊਮਰ ਯੂਥ ਆ। ਜੀ, ਵੱਡਿਆਂ ਦੇ ਵਿੱਚ ਇਹਦੀ ਵਰਤੋਂ ਘਟੀ ਹੈ, ਪਰ ਯੂਥ ਦੇ ਵਿੱਚ ਵਧੀ ਹੈ। ਹੂੰ, ਤੇ ਯੂਥ ਦੇ ਵਿੱਚ ਹੁਣ ਕੈਫੀਨੇਟਿਡ ਡਰਿੰਕਸ, ਐਨਰਜੀ ਡਰਿੰਕਸ ਜੀ, ਬਹੁਤ ਵਰਤੀਆਂ ਜਾਣ ਲੱਗ ਪਈਆਂ। ਰਾਈਟ, ਆਲਮੋਸਟ 600% ਉਹਨਾਂ ਦਾ ਇਸਤੇਮਾਲ ਵੱਧ ਗਿਆ ਹੂੰ, ਪਿਛਲੇ 15 ਸਾਲਾਂ 'ਚ। ਹੂੰ, ਤੇ ਉਹ ਕੈਫੀਨ ਤੇ ਸ਼ੂਗਰ ਦਾ ਕੰਬੀਨੇਸ਼ਨ ਆ, ਜੀ, ਜਿਹੜਾ ਕਿ ਹੂੰ, ਸਟਿਮੂਲੇਟ ਕਰਦਾ ਤੇ ਬਾਡੀ ਉਸ ਨੂੰ ਐਕਸੈਪਟ ਕਰਨ ਲਈ ਓਨੀ ਇਨਸੂਲਿਨ ਪ੍ਰੋਡਿਊਸ ਕਰਨੀ। ਇਟ ਜਸਟ ਰੈਕਸ ਹੈਵਕ। ਤੁਹਾਡੇ ਹੂੰ, ਮੈਟਾਬੋਲਿਕ ਸਿੰਡਰੋਮ ਜਿਹਨੂੰ ਕਹਿੰਦੇ ਆ, ਜੀ, ਉਹ ਸ਼ੁਰੂ ਹੋ ਜਾਂਦਾ ਉਹਦੇ ਨਾਲ। ਜੀ, ਓਬੇਸਿਟੀ, ਵੇਟ ਗੇਨ ਕਰਨਾ, ਬਲੱਡ ਪ੍ਰੈਸ਼ਰ, ਹਰ ਤਰ੍ਹਾਂ ਦੀ ਬਿਮਾਰੀ ਦੇ ਨਾਲ ਉਹ ਲਿੰਕ ਹੋ ਜਾਂਦਾ ਜਾ ਕੇ। ਡਾਕਟਰ ਸਾਹਿਬ, ਕੁਇਕਲੀ ਸਪੀਕਿੰਗ, ਚੰਗੇ ਅਲਟਰਨੇਟਿਵਸ ਕੀ ਨੇ ਕੁਝ ਜਿਹੀਆਂ ਕਾਮਨ ਬੇਵਰੇजेस ਵਾਸਤੇ? ਸੋ ਗ੍ਰੀਨ ਟੀ, ਬਲੈਕ ਟੀ, ਹੂੰ, ਵਾਈਟ ਟੀ ਜੇ ਤੁਸੀਂ ਲੱਭ ਸਕੋ। ਤੇ ਗ੍ਰੀਨ ਟੀ ਖਾਲੀ ਪੇਟ ਨਹੀਂ ਪੀਣੀ ਚਾਹੀਦੀ, ਇਹ ਗੱਲ ਸਹੀ ਆ? ਇੰਡੀਵਿਜੂਅਲੀ ਕਈ ਓਕੇ, ਲੋਕਾਂ ਨੂੰ ਸੂਟ ਕਰਦੀ ਸੂਟ ਹੈ। ਨਹੀਂ ਕਰਦੀ, ਹਾਂਜੀ, ਮੈਨੂੰ ਕੋਈ ਮੈਨੂੰ ਕੋਈ ਫਰਕ ਨਹੀਂ ਪੈਂਦਾ। ਹੂੰ, ਓਕੇ, ਤੇ ਗ੍ਰੀਨ ਟੀ ਕਈ ਖਾਲੀ ਪੇਟ ਲੈ ਜਾਂਦੇ। ਗ੍ਰੀਨ ਟੀ 'ਚ ਇੱਕ ਐਸਿਡ ਵੀ ਹੁੰਦਾ, ਟੈਨਿਕ ਐਸਿਡ। ਓਕੇ, ਕਈਆਂ ਨੂੰ ਉਹ ਐਸਿਡ ਥੋੜ੍ਹੀ ਤਕਲੀਫ ਦਿੰਦਾ ਤੇ ਓਕੇ, ਅਕਸਰ ਦੁੱਧ ਪਾਇਆ ਉਹ ਟੈਨਿਕ ਐਸਿਡ ਨਾਲ ਉਹਦੇ ਰਿਐਕਟ ਕਰ ਜਾਂਦਾ ਤੇ ਹੂੰ, ਕੁੜੱਤਣ ਖਤਮ ਹੋ ਜਾਂਦੀ ਹੈ। ਹੂੰ, ਹੂੰ, ਸੋ ਅਕਸਰ ਇਹ ਮਹਿਸੂਸ ਕੀਤਾ ਜਾਂਦਾ ਕਿ ਦੁੱਧ ਵਾਲੀ ਚਾਹ ਘੱਟ ਕੌੜੀ ਹੁੰਦੀ ਹੈ, ਜੀ, ਦੁੱਧ ਵਾਲੀ ਕੌਫੀ ਵੀ ਘੱਟ ਕੌੜੀ ਹੁੰਦੀ ਹੈ। ਸੋ ਪਾਣੀ ਸਭ ਤੋਂ ਵਧੀਆ ਬੇਵਰੇਜ ਆ। ਤੇ ਜਿਹੜਾ ਸਪਾਰਕਲਿੰਗ ਵਾਟਰ ਆ, ਹਾਂਜੀ, ਜਿਹ 'ਚ ਕੈਲਰੀਜ਼ ਨਹੀਂ ਹੈਗੀਆਂ, ਚਾਹੇ ਉਹ ਕਾਰਬੋਨੇਟਡ ਹੋਵੇ, ਉਹ ਚੰਗਾ ਮੰਨਿਆ ਜਾਂਦਾ। ਉਹਦਾ ਕੋਈ ਵੱਡਾ ਨੁਕਸਾਨ ਨਹੀਂ ਹੈਗਾ। ਹੂੰ, ਹੂੰ, ਤੇ ਵਿਜੇ ਕਈ ਜਗ੍ਹਾ ਨਾ ਬੜਾ ਇੰਟਰਸਟਿੰਗ ਮੈਂ ਨੋਟ ਕੀਤਾ ਕਿ ਲੋਕ ਪਾਣੀ ਦੀ ਬੋਤਲ 'ਚ ਉਹਨਾਂ ਨੇ ਕੁਛ ਨਾ ਕੁਛ ਪਾਇਆ ਹੁੰਦਾ, ਜਿਵੇਂ ਮਿੰਟ ਦੇ ਪੱਤੇ ਪਾ ਲੈਣਗੇ। ਹੂੰ, ਸੋ ਮਿੰਟ ਫਲੇਵਰਡ ਪਾਣੀ ਬਣ ਜਾਂਦਾ। ਸੋ ਹੂੰ, ਬੜਾ ਵਧੀਆ ਤਰੀਕਾ ਉਹ ਇਨਫਿਊਜ਼ਡ ਵਾਟਰ, ਇਨਫਿਊਜ਼ਡ ਵਾਟਰ। ਜੀ, ਤੇ ਜਿਹੜੇ ਜੂਸਿਸ ਨੇ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਜੂਸਿਸ ਦੀ, ਫਰੂਟ ਦਾ ਜੂਸ ਪੀਣ ਨਾਲੋਂ ਉਹਦੀ ਸਮੂਦੀ ਬਣਾ ਲਓ, ਉਹ ਬਿਹਤਰ ਹੈ। ਅੱਛਾ ਜੀ, ਫਰੂਟ ਖਾਣਾ ਸਭ ਤੋਂ ਬਿਹਤਰ ਆ, ਪਰ ਸਮੂਦੀ ਮੀਨਸ ਕਿ ਤੁਸੀਂ ਉਹਦਾ ਕੋਈ ਵੀ ਹਿੱਸਾ ਕੱਢ ਕੇ ਸੁੱਟਿਆ ਨਹੀਂ। ਹੂੰ, ਜੇ ਔਰੇਂਜ ਸੀਗਾ, ਪੂਰਾ ਔਰੇਂਜ ਪਾ ਕੇ ਉਹਨੂੰ ਬਲੈਂਡ ਕੀਤਾ। ਜੇ ਸੇਬ ਸੀਗਾ ਤੇ ਪੂਰਾ ਸੇਬ ਛਿਲਕੇ ਸਮੇਤ ਤੁਸੀਂ ਬਲੈਂਡ ਕੀਤਾ ਚੰਗੇ ਬਲੈਂਡਰ 'ਚ।
ਉਹ ਬਿਹਤਰ ਹੈ ਉਹਨੂੰ ਹੌਲੀ-ਹੌਲੀ ਪੀ ਲੈਣਾ। ਜੀ, ਸੋ ਉਹ ਹੈਲਦੀ ਡਰਿੰਕਸ 'ਚ ਆ ਜਾਂਦਾ ਹੈ। ਫਿਰ ਜਿਵੇਂ ਆਪਾਂ ਗਰਮ ਜਲ, ਖਾਲਸਾ ਚਾਹ ਜੀ। ਦੀ ਗੱਲ ਕੀਤੀ ਸੀ, ਮਸਾਲੇ ਜਿਹਨੂੰ ਕਹਿ ਦਿੰਦੇ ਨੇ, ਛੋਟੀ ਇਲਾਚੀ, ਮੋਟੀ ਇਲਾਚੀ, ਸੌਂਫ, ਜਵੈਣ, ਉਹ ਉਬਾਲ ਕੇ ਪੀਣੀ ਵਧੀਆ ਗੱਲ ਹੈ। ਤੇ ਜੇ ਜੂਸ ਪੀਣਾ ਤਾਂ ਫਿਰ ਗ੍ਰੀਨ ਜੂਸ ਪੀਓ। ਹਰੀਆਂ ਹੂੰ, ਪੱਤੇਦਾਰ ਸਬਜ਼ੀਆਂ ਜੀ, ਸਬਜ਼ੀਆਂ ਦਾ ਜੂਸ, ਜੀ। ਉਹ ਸਿਹਤ ਵਾਸਤੇ ਚੰਗਾ ਮੰਨਿਆ ਗਿਆ ਗ੍ਰੀਨ ਹੈ। ਸਮੂਦੀਜ਼। ਹਾਂਜੀ, ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ ਵਿਜੇ।